ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਖ ਇਨਕਲਾਬ ਭਾਗ 5ਵਾਂ ਪੰਨਾ ਨੰਬਰ 104। ਚੌਥਾ, ਸਮਾਜੀ ਰੁਖ। ਇਨਕਲਾਬੀ ਭਗਤਾਂ ਵਾਂਗ ਸਿੱਖ ਮੱਤ ਨੇ ਵੀ ਉਹਨਾਂ ਸਾਰੀਆਂ ਸਮਾਜੀ ਕਦਰਾਂ ਦੀ ਨਿਖੇਧੀ ਕੀਤੀ ਜਿਨ੍ਹਾਂ ਦੀ ਬੁਨਿਆਦ ਉੱਤੇ ਜਾਤ ਪਾਤੀ ਸਮਾਜ ਉਸਰਿਆ ਹੋਇਆ ਸੀ। ਅਸੀਂ ਉਹਨਾਂ ਪੱਖਾਂ ਤੱਕ ਹੀ ਸੀਮਤ ਰਹਾਂਗੇ ਜਿਹੜੇ ਸਿੱਖ ਮੱਤ ਨੂੰ ਇਨਕਲਾਬੀ ਭਗਤਾਂ ਅਤੇ ਪੁਰਾਣੀ ਭਾਰਤੀ ਪਰੰਪਰਾ ਨਾਲੋਂ ਨਿਖੇੜਦੇ ਹਨ। ਊੜਾ, ਸਮਾਜ ਦੀ ਸੇਵਾ। ਭਾਰਤੀ ਧਾਰਮਿਕ ਪਰੰਪਰਾ ਮੁਕਤੀ ਅਤੇ ਰੂਹਾਨੀ ਆਨੰਦ ਪ੍ਰਾਪਤ ਕਰਨ ਲਈ ਸਮਾਧੀ, ਤਿਆਗ ਜਾਂ ਯੋਗ ਦਾ ਰਾਹ ਦੱਸਦੀ ਸੀ। ਸਮਾਜੀ ਸੇਵਾ ਨੂੰ ਧਰਮ ਦਾ ਅਨਿੱਖੜਵਾਂ ਅੰਗ ਨਹੀਂ ਸੀ ਬਣਾਉਂਦੀ। ਸਾਰਾ ਇਖਲਾਕੀ ਜੀਵਨ ਜਾਤ ਪਾਤੀ ਪ੍ਰਬੰਧ ਦੇ ਚੌਕਟੇ ਵਿੱਚ ਕੈਦ ਸੀ, ਕਿਉਂਕਿ ਇਸ ਪ੍ਰਬੰਧ ਵੱਲ ਪੂਰਨ ਵਫਾਦਾਰੀ ਨੂੰ ਧਰਮ ਦਾ ਵੱਡਾ ਨੇਮ ਮੰਨਿਆ ਗਿਆ। ਸਿਰਫ ਬੁੱਧ ਮੱਤ ਦੇ ਮਹਾਯਾਨੀ ਫਿਰਕੇ ਨੇ ਸਮਾਜ ਸੇਵਾ ਨੂੰ ਆਪਣੇ ਧਰਮ ਦਾ ਅੰਗ ਬਣਾਇਆ ਸੀ, ਪਰ ਇਸ ਨੂੰ ਗੁਰੂ ਨਾਨਕ ਜੀ ਤੋਂ ਪਹਿਲੋਂ ਹੀ ਭਾਰਤ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਸੀ। ਅਜਿਹੇ ਪਿਛੋਕੜ ਵਿੱਚ ਲੋਕਾਂ ਨੂੰ ਨਵੀਨ ਇਖਲਾਕੀ ਤੇ ਧਾਰਮਿਕ ਜ਼ਾਬਤਾ ਪ੍ਰਵਾਨ ਕਰਨ ਵੱਲ ਹੌਲੀ-ਹੌਲੀ ਹੀ ਤੋਰਿਆ ਜਾ ਸਕਦਾ ਸੀ। ਇਸ ਪਾਸੇ ਤੁਰਨ ਲਈ ਪਹਿਲਾ ਕਦਮ ਸੀ ਲੋਕਾਂ ਨੂੰ ਉਹਨਾਂ ਦੀਆਂ ਸਮਾਜੀ ਜ਼ਿੰਮੇਵਾਰੀਆਂ ਤੋਂ ਚੇਤੰਨ ਕਰਨਾ। ਸਿੱਖ ਗੁਰੂਆਂ ਨੇ ਸਮਾਜ ਸੇਵਾ ਨੂੰ ਰੂਹਾਨੀ ਤਰੱਕੀ ਵਾਸਤੇ ਇੱਕ ਮੁੱਢਲੀ ਸ਼ਰਤ ਬਣਾ ਦਿੱਤਾ। ਗੁਰ ਸੇਵਾ ਬਿਨ ਭਗਤ ਨਾ ਹੋਈ। ਉੱਚੀ ਤੋਂ ਉੱਚੀ ਰੂਹਾਨੀ ਪ੍ਰਾਪਤੀ ਤੋਂ ਬਾਅਦ ਵੀ ਸਮਾਜੀ ਸੇਵਾ ਸਿੱਖੀ ਜੀਵਨ ਦਾ ਇੱਕ ਅਹਿਮ ਅੰਗ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਭਗਤ ਸਰੋਮਨ ਸੇਵਾ ਜਾਨੀ। ਲੋਕ ਸੇਵਾ ਸਿੱਖ ਲਹਿਰ ਦਾ ਇੰਨਾ ਜ਼ਰੂਰੀ ਅੰਗ ਬਣ ਗਈ ਹੈ ਕਿ ਸਿੱਖ ਪਰੰਪਰਾ ਦੇ ਇਤਿਹਾਸ ਵਿੱਚ ਇਸ ਉੱਤੇ ਬਾਰ-ਬਾਰ ਜ਼ੋਰ ਦਿੱਤਾ ਗਿਆ ਹੈ। ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਜੀ ਨੇ ਖੁਦ ਖੇਤੀ ਕੀਤੀ। ਇਸ ਖੇਤੀ ਦੀ ਪੈਦਾਵਾਰ ਸਾਂਝੇ ਲੰਗਰ ਵਿੱਚ ਜਾਂਦੀ ਸੀ, ਜਿੱਥੇ ਲੋੜਵੰਦਾਂ ਤੇ ਗੁਰੂ ਦੇ ਦਰਸ਼ਨ ਕਰਨ ਆਇਆਂ ਦੀ ਲੋੜ ਪੂਰੀ ਕੀਤੀ ਜਾਂਦੀ। ਗੁਰੂ ਅਮਰਦਾਸ ਜੀ ਦਾ ਆਦੇਸ਼ ਸੀ ਕਿ ਜਿਸ ਨੂੰ ਵੀ ਕੋਈ ਤਕਲੀਫ ਹੋਵੇ ਉਸ ਬਾਰੇ ਉਹਨਾਂ ਨੂੰ ਤੁਰੰਤ ਖਬਰ ਦਿੱਤੀ ਜਾਏ ਤਾਂ ਜੋ ਉਸ ਦੀ ਤਕਲੀਫ ਉਹ ਆਪ ਦੂਰ ਕਰਨ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਿਖੇ ਕੋੜੀਆਂ ਲਈ ਨਿਵਾਸ ਅਸਥਾਨ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਐਸੇ ਵਿਅਕਤੀ ਪਾਸੋਂ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨੇ ਪਹਿਲਾਂ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ ਸੀ। ਭਾਈ ਪਾਰੋ ਨੂੰ ਗੁਰਗੱਦੀ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਉਸਨੇ ਸਤਿਕਾਰ ਨਾਲ ਇਨਕਾਰ ਕਰ ਦਿੱਤਾ ਅਤੇ ਬੇਨਤੀ ਕੀਤੀ ਕਿ ਗੁਰਗੱਦੀ ਦੀ ਥਾਂ ਉਸ ਨੂੰ ਮਨੁੱਖ ਮਾਤਰ ਦੀ ਸੇਵਾ ਕਰਨ ਲਈ ਪਿਆਰ ਦੀ ਬਖਸ਼ਿਸ਼ ਕੀਤੀ ਜਾਏ। ਭਾਈ ਲੱਦੇ ਨੇ ਪਰਉਪਕਾਰ ਕਰਨ ਖਾਤਰ ਆਪਣੇ ਹੱਥੀਂ ਆਪਣਾ ਚਿਹਰਾ ਕਾਲਾ ਕਰਕੇ ਆਪਣਾ ਅਪਮਾਨ ਬਰਦਾਸ਼ਤ ਕੀਤਾ। ਲੱਦੇ ਕੀ ਉਪਮਾ ਕਰੀ ਮਦ ਦੀਵਾਨ ਗੁਰ ਆਪ। ਲੱਦੇ ਵਸ ਮੌਕੋ ਕੀਓ ਪਰ ਉਪਕਾਰ ਪ੍ਰਤਾਪ। ਪਰ ਉਪਕਾਰ ਉਹ ਨਾਮ ਕੇ ਤੁਲ ਨਹੀਂ, ਜਗ ਮੈਂ ਜਗ ਤਪ ਕਰਾਰੇ। ਸਿੱਖ ਗੁਰੂਆਂ ਤੇ ਸਿੱਖ ਸਮਾਜ ਨੇ ਬੇਗਰਜ਼ ਸੇਵਾ ਤੇ ਜ਼ੋਰ ਦਿੱਤਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਖਾਂ ਦੀ ਸ਼ਬਦਾਵਲੀ ਵਿੱਚ ਸੇਵਾ ਦਾ ਅਰਥ ਹੀ ਬੇਗਰਜ਼ ਸੇਵਾ ਹੈ। ਐੜਾ, ਨਿਜਵਾਦ। ਸਿੱਖ ਗੁਰੂਆਂ ਨੇ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਹਉਮੈ ਉਹਨਾਂ ਸਾਰੀਆਂ ਬੁਰਾਈਆਂ ਦੀ ਜੜ ਹੈ ਜਿਨ੍ਹਾਂ ਕਾਰਨ ਸਮਾਜ ਤੇ ਵਿਅਕਤੀ ਦੁਖੀ ਰਹਿੰਦੇ ਹਨ। ਸਮਾਜ ਸ਼ਾਸਤਰ ਵਿੱਚ ਹਉਮੈ ਨੂੰ ਨਿਜਵਾਦ ਜਾਂ ਖੁਦਪ੍ਰਸਤੀ ਕਿਹਾ ਜਾ ਸਕਦਾ ਹੈ। ਇਹ ਸੱਚ ਹੈ ਕਿ ਭਾਰਤੀ ਧਾਰਮਿਕ ਪਰੰਪਰਾ ਵਿੱਚ ਵੀ ਹਉਮੈ ਦੇ 5 ਬੁਰੇ ਰੂਪਾਂ ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਤੇ ਕਾਬੂ ਪਾਉਣ ਦੀ ਵੱਡੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ ਹੈ, ਪਰ ਇਸ ਸਮੱਸਿਆ ਬਾਰੇ ਸਿੱਖ ਅਤੇ ਭਾਰਤੀ ਪਰੰਪਰਾ ਵਿੱਚ ਬੁਨਿਆਦੀ ਫਰਕ ਹੈ। ਸਿੱਖ ਸਿਧਾਂਤ ਹਉਮੈ ਦੀਆਂ ਬੁਰਾਈਆਂ ਨੇ ਜੋ ਸਮਾਜੀ ਤੇ ਸੰਸਥਾਈ ਰੂਪ ਧਾਰਨ ਕੀਤਾ, ਖਾਸ ਤੌਰ ਤੇ ਇਹਨਾਂ ਦੇ ਸਮਾਜੀ ਤੇ ਸਿਆਸੀ ਜ਼ਬਰ ਜ਼ੁਲਮ ਵਾਲੇ ਰੂਪ ਦੀ ਨਿਖੇਧੀ ਕਰਦਾ ਹੈ, ਪਰ ਸਨਾਤਨੀ ਧਰਮ ਤੇ ਪਰੰਪਰਾ ਅਜਿਹਾ ਕਰਨ ਤੋਂ ਕਤਰਾਉਂਦੇ ਸਨ
क्योंकि ऐसा करन नाल जात पाती ढांचे की निखेधी हुंदी ते इस नूं ठेस लगदी। पर सिख लहर ने सरगर्म तौर ते जात पात जिहियां संस्थावां, उच्चे नीवें रुतबे, मर्दां इस्त्रियां विचकार ना बराबरी ਅਤੇ ਧਾਰਮਿਕ ਤੇ ਸਿਆਸੀ ਜ਼ਬਰ ਦੇ ਖਿਲਾਫ ਜੱਦੋ-ਜਹਿਦ ਕੀਤੀ। ਇਨ੍ਹਾਂ ਸੰਸਥਾਵਾਂ ਉੱਤੇ ਹਮਲਾ ਹੀ ਸਿੱਖ ਲਹਿਰ ਦਾ ਨਿਚੋੜ ਹੈ। ਪੰਜਵਾਂ, ਇਨਕਲਾਬੀ ਰੁਖ। ਜੇ ਸਿੱਖ ਲਹਿਰ ਸਮਾਜੀ ਭਲਾਈ ਤੇ ਮੁਕਤੀ ਨੂੰ ਸਮਾਜੀ ਰੂਪ ਰੰਗ ਦੇਣ ਵਿੱਚ ਉੱਪਰ ਦੱਸੇ ਪੱਧਰ ਤੇ ਆ ਕੇ ਰੁਕ ਜਾਂਦੀ ਤਾਂ ਹੋ ਸਕਦਾ ਸੀ ਕਿ ਸਿੱਖ ਲਹਿਰ ਵੀ ਚੇਤਨ ਪੰਥੀਆਂ ਜਾਂ ਲਿੰਗਾਈਆਂ ਪੰਥੀਆਂ ਵਾਂਗ ਜਾਤ ਪਾਤੀ ਸਮਾਜ ਦੀ ਇੱਕ ਪਿਛਲੱਗ ਸੁਧਾਰਕ ਲਹਿਰ ਬਣ ਕੇ ਖਤਮ ਹੋ ਜਾਂਦੀ, ਜਾਂ ਮਹਾਯਾਨੀ ਬੋਧੀਆਂ ਵਾਂਗ ਇੱਕ ਗੈਰ ਸਨਾਤਨੀ ਸੰਪਰਦਾਇ ਬਣ ਕੇ ਰੁਕ ਜਾਂਦੀ, ਜਿਸ ਦਾ ਘੇਰਾ ਕੇਵਲ ਸ਼ਾਂਤਮਈਤਾ ਦੇ ਦਾਇਰੇ ਵਿੱਚ ਹੱਦਬੰਦ ਹੋ ਕੇ ਲੋਕ ਸੇਵਾ ਕਰਨਾ ਹੁੰਦਾ। ਪਰ ਸਿੱਖ ਗੁਰੂਆਂ ਦੇ ਨਿਸ਼ਾਨੇ ਇਨਕਲਾਬੀ ਸਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਇਨਕਲਾਬੀ ਵਸੀਲੇ ਵਰਤਣ ਦੀ ਜ਼ਰੂਰਤ ਸੀ। ਲੋਕਾਂ ਨੂੰ ਜਾਤ ਪਾਤੀ ਸਮਾਜ ਦੀਆਂ ਕਦਰਾਂ ਤੋਂ ਨਿਖੇੜਨਾ ਹੀ ਬਹੁਤ ਭਾਰਾ ਕੰਮ ਸੀ, ਪਰ ਸੁੱਤੀ ਹੋਈ ਤੇ ਆਸ ਲਾਹੀ ਬੈਠੀ ਜਨਤਾ ਨੂੰ ਇਨਕਲਾਬੀ ਰਾਹ ਤੇ ਲੈ ਜਾਣਾ ਇਸ ਤੋਂ ਵੀ ਮਹਾਨ ਤੇ ਮੁਸ਼ਕਲ ਕੰਮ ਸੀ। ਊੜਾ, ਮੁਕਤੀ। ਗੁਰੂਆਂ ਨੇ ਮੁਕਤੀ ਦੇ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿੱਤੀ। ਉਹਨਾਂ ਦਾ ਨਿਸ਼ਾਨਾ ਮਨੁੱਖ ਦੀ ਸੰਪੂਰਨ ਆਜ਼ਾਦੀ ਸੀ। ਮੁਕੰਮਲ ਆਜ਼ਾਦੀ ਵਾਸਤੇ ਇੰਨਾ ਹੀ ਕਾਫੀ ਨਹੀਂ ਸੀ ਕਿ ਮਨੁੱਖ ਉੱਚੀ ਚੇਤਨਾ ਹਾਸਲ ਕਰੇ, ਬਲਕਿ ਮਨੁੱਖ ਦੀ ਆਜ਼ਾਦੀ ਤਾਂ ਹੀ ਸੰਪੂਰਨ ਹੁੰਦੀ ਹੈ ਜੇ ਉਸ ਨੂੰ ਮੌਤ, ਅਸੁਰੱਖਿਆ, ਜ਼ੁਲਮ, ਅਨਿਆਂ ਅਤੇ ਥੁੜ ਦੇ ਡਰ ਤੋਂ ਨਜਾਤ ਮਿਲੇ। ਨਿਰਭਉ ਜਪੈ ਸਗਲ ਭਉ ਮਿਟੈ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ। ਅਸਲ ਵਿੱਚ ਇਹੀ ਡਰ ਹਨ ਜੋ ਮਨੁੱਖ ਦੀਆਂ ਵੱਡੀਆਂ ਵਿਪਤਾਵਾਂ ਦਾ ਮੂਲ ਕਾਰਨ ਹਨ। ਇਸ ਤੋਂ ਹੀ ਸਾਰੇ ਸਮਾਜੀ ਤੇ ਸਿਆਸੀ ਟਕਰਾਅ ਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਮਾਜੀ ਤੇ ਸਿਆਸੀ ਖੇਤਰ ਵਿੱਚ ਇਹੀ ਚਾਰ ਖੰਭਾਂ ਵਾਲੀ ਪੂਰਨ ਮਨੁੱਖੀ ਆਜ਼ਾਦੀ ਸੀ ਜੋ ਗੁਰੂਆਂ ਦਾ ਨਿਸ਼ਾਨਾ ਸੀ। ਇਹੋ ਉਹਨਾਂ ਦੀ ਸਮਾਜੀ ਸਿਆਸੀ ਵਿਚਾਰਧਾਰਾ ਸੀ। ਇਸੇ ਸੰਪੂਰਨ ਆਜ਼ਾਦੀ ਵੱਲ 9ਵੇਂ ਗੁਰੂ ਜੀ ਨੇ ਇਸ਼ਾਰਾ ਕੀਤਾ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਇਸੇ ਆਜ਼ਾਦੀ ਦੀ ਰਾਖੀ ਵਾਸਤੇ ਉਹਨਾਂ ਨੇ ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਭੈ ਤੋਂ ਪੂਰਨ ਮੁਕਤੀ ਤੇ ਆਜ਼ਾਦੀ ਨੂੰ ਸਿੱਖ ਮੁਹਾਵਰੇ ਵਿੱਚ ਮੁਕਤੀ ਕਿਹਾ ਜਾਂਦਾ ਹੈ। ਸਿੱਖਾਂ ਦਾ ਇਹ ਪੱਕਾ ਵਿਸ਼ਵਾਸ ਬਣ ਗਿਆ ਸੀ ਕਿ ਮੁਕਤੀ ਦਾ ਅਰਥ ਸੰਸਾਰ ਤੋਂ ਛੁਟਕਾਰਾ ਪ੍ਰਾਪਤ ਕਰਨਾ ਨਹੀਂ, ਸਗੋਂ ਇਸ ਦੇ ਭੈ ਤੋਂ ਛੁਟਕਾਰਾ ਪ੍ਰਾਪਤ ਕਰਨਾ ਹੈ। ਕਿਸੇ ਉੱਚੇ ਸੁੱਚੇ ਨਿਸ਼ਾਨੇ ਵਾਸਤੇ ਲੜਾਈ ਕਰਦਿਆਂ ਸ਼ਹੀਦੀ ਪ੍ਰਾਪਤ ਕਰਨਾ ਹੀ ਉਹਨਾਂ ਲਈ ਮੁਕਤੀ ਸੀ। ਚਮਕੌਰ ਅਤੇ ਖਿਦਰਾਣੇ ਵਿਖੇ ਆਖਰੀ ਬੰਦੇ ਤੱਕ ਲੜਾਈ ਕਰਕੇ ਸ਼ਹੀਦ ਹੋ ਜਾਣ ਵਾਲੇ 40 ਸਿੰਘਾਂ ਨੂੰ ਸਿੱਖਾਂ ਦੀ ਅਰਦਾਸ ਵਿੱਚ ਮੁਕਤੇ ਕਿਹਾ ਜਾਂਦਾ ਹੈ। ਉਹਨਾਂ ਦੀ ਯਾਦਗਾਰ ਵਜੋਂ ਖਿਦਰਾਣੇ ਦਾ ਨਾਂ ਬਦਲ ਕੇ ਮੁਕਤਸਰ ਰੱਖ ਦਿੱਤਾ ਗਿਆ। ਮੁਕਤਸਰ ਦਾ ਅਰਥ ਹੈ ਉਹ ਥਾਂ ਜਿੱਥੇ 40 ਸਿੱਖਾਂ ਨੇ ਮੁਕਤੀ ਹਾਸਲ ਕੀਤੀ। ਖਿਦਰਾਣੇ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ 40 ਸਿੰਘਾਂ ਦੀ ਆਖਰੀ ਖਾਹਿਸ਼ ਨਾ ਕੋਈ ਸੰਸਾਰਕ ਲਾਭ ਸੀ ਤੇ ਨਾ ਹੀ ਮੁਕਤੀ, ਸਗੋਂ ਉਹਨਾਂ ਦੀ ਆਖਰੀ ਖਾਹਿਸ਼ ਇਹ ਸੀ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਸਿੰਘਾਂ ਵਜੋਂ ਮਨਜ਼ੂਰ ਕਰ ਲੈਣ ਅਤੇ ਉਹਨਾਂ ਦੀ ਅਨੰਦਪੁਰ ਸਾਹਿਬ ਵਿੱਚ ਸਿੱਖੀ ਦੇ ਮਿਸ਼ਨ ਨੂੰ ਪਿੱਠ ਦੇਣ ਦੀ ਹੋਈ ਭੁੱਲ ਮੁਆਫ ਕਰ ਦੇਣ। ਆਦਰਸ਼ਕ ਮਿਸ਼ਨ ਨੂੰ ਪੂਰਾ ਕਰਨਾ ਮੁਕਤੀ ਹੈ ਤੇ ਇਸ ਨੂੰ ਛੱਡ ਦੇਣਾ ਬੁਰਾਈ ਹੈ। ਐੜਾ, ਅਹਿੰਸਾ। ਸਿੱਖ ਗੁਰੂ ਜਿਸ ਇਨਕਲਾਬੀ ਰਸਤੇ ਉੱਤੇ ਆਪਣੇ ਸਿੱਖਾਂ ਨੂੰ ਚਲਾਉਣਾ ਚਾਹੁੰਦੇ ਸਨ, ਉਸ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਪੁਰਾਣੀ ਪਰੰਪਰਾ ਮੁਤਾਬਕ ਤਾਕਤ ਦੀ ਵਰਤੋਂ ਨੂੰ ਨਿਖੇਧੀ ਯੋਗ ਸਮਝਣਾ। ਇੱਥੋਂ ਤੱਕ ਕਿ ਯੋਗ ਸਮਾਜੀ ਅਤੇ ਧਾਰਮਿਕ ਮਨੋਰਥ ਲਈ ਵੀ ਤਾਕਤ ਦੀ ਵਰਤੋਂ ਨੂੰ ਨਿਖੇਧੀ ਯੋਗ ਸਮਝਿਆ ਜਾਂਦਾ ਸੀ। ਬ੍ਰਾਹਮਣਵਾਦ ਜਾਤ ਪਾਤੀ ਸਮਾਜ ਨੂੰ ਕਾਇਮ ਰੱਖਣ ਲਈ ਤਾਕਤ ਦੀ ਵਰਤੋਂ ਦੀ ਆਗਿਆ ਤਾਂ ਦਿੰਦਾ ਸੀ, ਪਰ ਇਸ ਦੇ ਵਿਰੋਧੀ ਮਤਲਬ ਲਈ ਨਹੀਂ। ਬਾਦਸ਼ਾਹ ਵਾਸਤੇ ਇਹ ਜਾਇਜ਼ ਸੀ ਕਿ ਉਹ ਤਾਕਤ ਦੀ ਵਰਤੋਂ ਕਰਕੇ ਆਪਣੀ ਬਾਦਸ਼ਾਹੀ ਦੀਆਂ ਹੱਦਾਂ ਦਾ ਵਿਸਥਾਰ ਕਰ ਲਵੇ। ਹਾਕਮਾਂ ਦੇ ਮੁੱਢਲੇ ਫਰਜ਼ਾਂ ਵਿੱਚੋਂ ਇੱਕ ਇਹ ਵੀ ਸੀ ਕਿ ਉਹ ਹਰ ਹੀਲਾ ਵਰਤ ਕੇ
ਵਰਨ ਆਸ਼ਰਮ ਧਰਮ ਜਾਤ ਪਾਤੀ ਪ੍ਰਬੰਧ ਨੂੰ ਕਾਇਮ ਰੱਖਣ, ਪਰ ਬ੍ਰਾਹਮਣਵਾਦ ਹੇਠਲੀਆਂ ਜਾਤਾਂ ਨੂੰ ਉੱਪਰਲੀਆਂ ਹਾਕਮ ਜਾਤਾਂ ਦੇ ਖਿਲਾਫ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ ਦਿੰਦਾ, ਕਿਉਂਕਿ ਬ੍ਰਾਹਮਣਾਂ ਦਾ ਹਿੱਤ ਵੀ ਹਾਕਮ ਜਾਤਾਂ ਵਾਂਗ ਜਾਤ ਪਾਤ ਨੂੰ ਕਾਇਮ ਰੱਖਣ ਵਿੱਚ ਸੀ। ਜੈਨ ਤੇ ਬੁੱਧ ਮਤ ਇਸ ਤੋਂ ਵੀ ਇੱਕ ਕਦਮ ਅੱਗੇ ਗਏ। ਉਹਨਾਂ ਨੇ ਕਿਸੇ ਵੀ ਮਨੋਰਥ ਵਾਸਤੇ ਤਾਕਤ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਨੂੰ ਬਿਲਕੁਲ ਤਿਆਗ ਦਿੱਤਾ। ਇਹਨਾਂ ਸਾਰੀਆਂ ਗੱਲਾਂ ਦਾ ਮਿਲਵਾ ਜੁਲਵਾ ਨਤੀਜਾ ਇਹ ਹੋਇਆ ਕਿ ਹਥਿਆਰ ਚੁੱਕਣਾ ਵੱਡਾ ਅਧਰਮ ਸਮਝਿਆ ਜਾਣ ਲੱਗਾ। ਅਸੀਂ ਇੱਥੇ ਧਾਰਮਿਕ ਤੇ ਨੈਤਿਕ ਮਸਲਿਆਂ ਦੇ ਸਿਧਾਂਤਾਂ ਬਾਰੇ ਪਾਣੀ ਰੜਕਣ ਵਾਲੀ ਫੋਕੀ ਵਿਚਾਰ ਵਿੱਚ ਨਹੀਂ ਪੈਣਾ ਚਾਹੁੰਦੇ, ਕਿਉਂਕਿ ਵਾਲ ਦੀ ਖੱਲ ਲਾਹੁਣ ਦਾ ਕੋਈ ਫਾਇਦਾ ਨਹੀਂ। ਇਤਿਹਾਸਕ ਲਹਿਰਾਂ ਨੂੰ ਉਹਨਾਂ ਦੇ ਹੋਏ ਸਮਾਜੀ ਅਸਰਾਂ ਤੇ ਸਿੱਟਿਆਂ ਦੇ ਦ੍ਰਿਸ਼ਟੀਕੋਣ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਕਿਸੇ ਖਿਆਲੀ ਸਿਧਾਂਤ ਅਤੇ ਠੋਸ ਹਾਲਤ ਤੇ ਇਸ ਨੂੰ ਲਾਗੂ ਕੀਤੇ ਜਾਣ ਵਿੱਚ ਜੋ ਪਾੜਾ ਹੁੰਦਾ ਹੈ, ਉਹ ਮਹਾਤਮਾ ਗਾਂਧੀ ਦੀ ਖੁਦ ਆਪਣੀ ਮਿਸਾਲ ਤੋਂ ਪ੍ਰਗਟ ਹੁੰਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਹੈ ਕਿ ਮਹਾਤਮਾ ਗਾਂਧੀ ਵਿੱਚ ਮਨ ਨੂੰ ਦੁਖੀ ਤੇ ਆਤਮਾ ਨੂੰ ਅਸ਼ਾਂਤ ਕਰਨ ਵਾਲੀ ਇੱਕ ਵਰਣਨ ਕਰਨ ਯੋਗ ਤੇ ਹੈਰਾਨ ਕਰਨ ਵਾਲੀ ਤਬਦੀਲੀ ਆ ਗਈ। ਉਹਨਾਂ ਦੇ ਮਨ ਵਿੱਚ ਅਹਿੰਸਾ ਦੇ ਅਸੂਲ ਤੇ ਭਾਰਤ ਦੀ ਆਜ਼ਾਦੀ ਦੀ ਤਾਂਘ ਵਿਚਕਾਰ ਘੋਲ ਹੋ ਰਿਹਾ ਸੀ। ਆਜ਼ਾਦੀ ਦਾ ਪਲੜਾ ਭਾਰੀ ਹੋ ਗਿਆ ਤੇ ਕਾਂਗਰਸ ਵੱਲੋਂ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਦੇ ਕਾਂਗਰਸੀ ਯਤਨ ਨਾਲ ਅਖੀਰ ਉਹ ਸਹਿਮਤ ਹੋ ਗਏ। ਇਸੇ ਤਰ੍ਹਾਂ ਇੱਕ ਪ੍ਰਾਰਥਨਾ ਸਭਾ ਵਿੱਚ ਮਹਾਤਮਾ ਨੇ ਕਸ਼ਮੀਰ ਦੇ ਮਸਲੇ ਬਾਰੇ ਚਰਚਲ ਦੇ ਅੰਦਾਜ਼ ਵਿੱਚ ਭਾਸ਼ਣ ਦਿੱਤਾ। ਗੁਰੂਆਂ ਸਾਹਮਣੇ ਤਾਂ ਇਸ ਤੋਂ ਵੀ ਬਹੁਤ ਸੰਗੀਨ ਮਸਲੇ ਸਨ। ਧਾਰਮਿਕ ਤੇ ਸਿਆਸੀ ਅਤਿਆਚਾਰ ਨੂੰ ਜਾਂ ਤਾਂ ਸਵੀਕਾਰ ਕਰਨਾ ਪੈਣਾ ਸੀ ਜਾਂ ਉਸ ਦਾ ਮੁਕਾਬਲਾ। ਅਕਬਰ ਤੋਂ ਬਾਅਦ ਮੁਗਲ ਰਾਜ ਵਿੱਚ ਹਿੰਦੂਆਂ ਦਾ ਜੋ ਅਪਮਾਨ ਹੋਇਆ ਉਸ ਬਾਰੇ ਕੋਈ ਦੋ ਰਾਵਾਂ ਨਹੀਂ। ਮੁਸਲਮਾਨ ਫਕੀਰ ਬੁੱਲੇ ਸ਼ਾਹ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਨਿਚੋੜ ਕੱਢਿਆ ਹੈ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁन्नत ਹੋਤੀ ਸਭ ਕੀ। ਗੁਰੂ ਸਾਹਿਬਾਨ ਇਸ ਨੂੰ ਨਾ ਹੀ ਧਰਮ ਅਤੇ ਨਾ ਹੀ ਇਖਲਾਕ ਸਮਝਦੇ ਸਨ ਕਿ ਮੋਖ ਪ੍ਰਾਪਤ ਕਰਨ ਦੀ ਆਪਣੀ ਧੁਨ ਵਿੱਚ ਮਸਤ ਰਿਹਾ ਜਾਵੇ। ਇਹ ਪਰਵਾਹ ਨਾ ਕਰਦਿਆਂ ਹੋਇਆਂ ਕਿ ਵਿਸ਼ਾਲ ਜਨਤਾ ਅਪਮਾਨ ਤੇ ਗਿਰਾਵਟ ਦਾ ਸ਼ਿਕਾਰ ਹੋ ਰਹੀ ਹੋਵੇ, ਇਸ ਮਸਲੇ ਦਾ ਹਰ ਹਾਲਤ ਵਿੱਚ ਸਾਹਮਣਾ ਕਰਨਾ ਹੀ ਪੈਣਾ ਸੀ, ਕਿਉਂਕਿ ਇਸ ਤੋਂ ਬਗੈਰ ਕੋਈ ਚਾਰਾ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਨਾਲ ਸ਼ਹੀਦੀ ਪ੍ਰਾਪਤ ਕੀਤੀ। ਭਾਵੇਂ ਇਸ ਸ਼ਹੀਦੀ ਨਾਲ ਸਿੱਖਾਂ ਵਿੱਚ ਏਕਤਾ ਤੇ ਮਜ਼ਬੂਤੀ ਆਈ, ਪਰ ਇਸ ਨੇ ਮੁਸਲਮਾਨ ਹਾਕਮਾਂ ਦੀ ਨੀਤੀ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ ਪਾਇਆ। ਜਹਾਂਗੀਰ ਤੋਂ ਬਾਅਦ ਹਿੰਦੂਆਂ ਉੱਤੇ ਧਾਰਮਿਕ ਅਤਿਆਚਾਰ ਹੋਰ ਵੀ ਵੱਧ ਗਿਆ। ਗੁਰੂ ਨਾਨਕ ਸਾਹਿਬ ਨੇ ਨਾਥਾਂ ਨਾਲ ਗੋਸ਼ਟੀ ਕਰਦਿਆਂ ਤਪੱਸਿਆ ਤੇ ਤਿਆਗ ਦੀ ਸਪਸ਼ਟ ਤੌਰ ਤੇ ਨਿਖੇਧੀ ਕੀਤੀ, ਕਿਉਂਕਿ ਇਹ ਤਪੱਸਿਆ ਤੇ ਤਿਆਗ ਸਮਾਜੀ ਅਤੇ ਮਾਨਵੀ ਸਮੱਸਿਆਵਾਂ ਨਾਲੋਂ ਵਿਛੋੜਦੇ ਸਨ। ਇਹ ਤਿਆਗ ਸਮਾਜਿਕ ਅਤੇ ਇਨਸਾਨੀ ਹਿੱਤਾਂ ਵੱਲੋਂ ਲਾਪਰਵਾਹੀ ਦਾ ਦੂਸਰਾ ਨਾਂ ਹੈ। ਇਸ ਕਰਕੇ ਸਿੱਖ ਸਿਧਾਂਤ ਅਨੁਸਾਰ ਅਤਿਆਚਾਰ ਦੇ ਖਿਲਾਫ ਹਥਿਆਰਬੰਦ ਮੁਕਾਬਲਾ ਕਰਨਾ ਧਾਰਮਿਕ ਫਰਜ਼ ਹੈ। ਨਿਆਂਪੂਰਨ ਮਨੋਰਥ ਹਾਸਲ ਕਰਨ ਲਈ ਹਥਿਆਰ ਚੁੱਕਣ ਦੇ ਖਿਲਾਫ ਇੱਕ ਥੋਥੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਸ ਨਾਲ ਨਿਆਂਪੂਰਨ ਮਨੋਰਥ ਨਿਆਂਪੂਰਨ ਨਹੀਂ ਰਹਿੰਦਾ, ਕਿਉਂਕਿ ਤਸ਼ੱਦਦ ਦੇ ਖਿਲਾਫ ਤਸ਼ੱਦਦ ਦੀ ਵਰਤੋਂ ਦਾ ਅੰਤ ਤਸ਼ੱਦਦ ਵਿੱਚ ਮੁੱਕਦਾ ਹੈ। ਪਰ ਇਹੀ ਗੱਲ ਉਹਨਾਂ ਸਾਰੇ ਆਦਰਸ਼ਕ ਯਤਨਾਂ ਬਾਰੇ ਵੀ ਕਹੀ ਜਾ ਸਕਦੀ ਹੈ ਜੋ ਲੋਕਾਂ ਨੂੰ ਹਉਮੈ ਦੇ ਪੱਧਰ ਤੋਂ ਉੱਪਰ ਚੁੱਕਣ ਲਈ ਕੀਤੇ ਜਾਂਦੇ ਹਨ, ਕਿਉਂਕਿ ਸਾਰੀਆਂ ਆਦਰਸ਼ਕ ਲਹਿਰਾਂ ਭਾਵੇਂ ਉਹ ਸ਼ਾਂਤਮਈ ਸਨ, ਜਿਸ ਪੱਧਰ ਤੋਂ ਉੱਚੀਆਂ ਉੱਠੀਆਂ ਸਨ, ਤਕਰੀਬਨ ਉਸ ਨੀਵੇਂ ਪੱਧਰ ਉੱਤੇ ਫਿਰ ਆ ਡਿੱਗੀਆਂ। ਇਸ ਦੁਖਦਾਈ ਹਕੀਕਤ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਮਨੁੱਖ ਦੀ ਆਪਣੇ ਆਦਰਸ਼ ਪ੍ਰਾਪਤ ਕਰਨ ਦੀ ਤਰੱਕੀ ਬਹੁਤ ਹੀ ਸੂਖਮ ਹੱਦ ਤੱਕ ਧੀਮੀ ਹੈ ਅਤੇ ਇਹ ਤਰੱਕੀ ਕਦੇ ਵੀ ਇੱਕ ਰਸ ਨਹੀਂ ਹੋਈ। ਇਸ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਸਬੱਬ ਯਤਨ ਕਰਨਾ ਛੱਡ ਦੇਣਾ ਮਨੁੱਖੀ ਤਰੱਕੀ ਬਾਰੇ ਬਿਲਕੁਲ ਹੀ ਸਨਕੀ ਹੋਣਾ ਹੈ। ਇਤਿਹਾਸ ਵਿੱਚ ਇਸ ਗੱਲ ਦੀ ਕੋਈ ਵੀ ਮਿਸਾਲ ਨਹੀਂ ਮਿਲਦੀ ਕਿ ਬਿਨਾਂ ਮੁਕਾਬਲਾ ਕੀਤੇ ਆਪਣੇ ਆਪ ਬੁਰਾਈ ਢਲ ਗਈ ਹੋਵੇ। ਜੇ ਇੰਜ ਹੋ ਸਕਦਾ ਹੁੰਦਾ ਤਾਂ ਮਨੁੱਖਤਾ ਨੂੰ ਤਰੱਕੀ ਦੇ ਰਾਹ ਉੱਤੇ ਲੈਣ ਜਾਣ ਲਈ ਨਵੀਨ ਧਾਰਮਿਕ, ਸਮਾਜਿਕ ਤੇ ਇਨਕਲਾਬੀ ਲਹਿਰਾਂ ਦੀ ਲੋੜ ਹੀ ਨਾ ਪੈਂਦੀ। ਕੁਝ ਵੀ ਹੋਵੇ, ਇਤਿਹਾਸ ਦੀ ਵਿਦਿਆ ਇਸ ਦਲੀਲ ਦੇ ਨਿਆਂ ਨੂੰ ਨਹੀਂ ਅਪਣਾ ਸਕਦੀ।
ਗੁਰੂ ਹਰਗੋਬਿੰਦ ਸਾਹਿਬ ਅਤੇ ਉਹਨਾਂ ਦੇ ਪਿੱਛੋਂ ਹੋਏ ਗੁਰੂਆਂ ਦਾ ਅਹਿੰਸਾ ਸੰਬੰਧੀ ਰਵੱਈਆ ਸਪਸ਼ਟ ਹੈ। ਵੇਖਣਾ ਸਿਰਫ ਇਹ ਹੈ ਕਿ ਕੀ ਇਹ ਰਵੱਈਆ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ ਗੁਰੂਆਂ ਦੇ ਸਿਧਾਂਤ ਦੇ ਅਨੁਕੂਲ ਸੀ ਜਾਂ ਨਹੀਂ, ਕਿਉਂਕਿ ਕੁਝ ਵਿਦਵਾਨ ਇਸ ਬਾਰੇ ਸ਼ੰਕਾ ਕਰਦੇ ਹਨ। ਮਾਸ ਖਾਣ ਬਾਰੇ ਗੁਰੂ ਨਾਨਕ ਜੀ ਦਾ ਇੱਕ ਲੰਮਾ ਸ਼ਬਦ ਹੈ ਜੋ ਉਹਨਾਂ ਦੇ ਸਿਧਾਂਤ ਨੂੰ ਸਪਸ਼ਟ ਕਰਦਾ ਹੈ। ਇਸ ਸ਼ਬਦ ਦਾ ਕੁਝ ਹਿੱਸਾ ਇਹ ਹੈ: ਪਹਿਲਾ ਮਾਸੋਂ ਨਿੰਮਿਆ ਮਾਸੇ ਅੰਦਰ ਵਾਸ, ਜਿਉ ਪਾਏ ਮਾਸ ਮਹਿ ਮਿਲਿਆ ਹੱਡ ਚਮ ਤਨ ਮਾਸ। ਮਾਸ ਮਾਸ ਕਰ ਮੂਰਖ ਝਗੜੈ, ਗਿਆਨ ਧਿਆਨ ਨਹੀਂ ਜਾਣੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੈ। ਮਾਸ ਛੋੜ ਬੈਸ ਨੱਕ ਪਕੜੈ, ਰਾਤੀ ਮਾਨਸ ਖਾਣੇ। ਫੜ ਕਰ ਲੋਕਾਂ ਨੂੰ ਦਿਖਲਾਵੈ, ਗਿਆਨ ਧਿਆਨ ਨਹੀਂ ਸੂਝੈ। ਮਾਤ ਪਿਤਾ ਕੀ ਰਖਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਮਾਸ ਪੁਰਾਣੀ ਮਾਸ ਕਤੇਬੀ, ਚੌਹ ਜੁਗ ਮਾਸ ਕਮਾਣਾ। ਇਸਤਰੀ ਪੁਰਖ ਨਿਪਜਹਿ ਮਾਸੋ, ਪਾਤਸ਼ਾਹ ਸੁਲਤਾਨਾ। ਜੇ ਓਏ ਦਿਸੈ ਨਰਕ ਜਾਂਦੇ, ਤਾਂ ਉਨਕਾ ਦਾਨ न ਲੈਣਾ। ਪਾਂਡੇ ਤੂੰ ਜਾਣੈ ਹੀ ਨਾਹੀ, ਕਿੱਥੋਂ ਮਾਸ ਉਪੰਨਾ। ਤੋਈਓ ਅੰਨ ਕਮਾਦ ਕਪਾਹਾਂ, ਤੋਈਓ ਤ੍ਰਿਭਵਨ ਗੰਨਾ। ਇਸ ਸ਼ਬਦ ਵਿੱਚ ਗੁਰੂ ਨਾਨਕ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਾਰੇ ਜੀਵਨ ਦਾ ਇੱਕੋ ਹੀ ਸਾਂਝਾ ਸੋਮਾ ਹੈ। ਮਾਸ ਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਵਰਤੋਂ ਬਗੈਰ ਜੀਵਨ ਮੁਮਕਿਨ ਨਹੀਂ। ਉਹਨਾਂ ਨੇ ਉਹਨਾਂ ਲੋਕਾਂ ਦੇ ਝੂਠ ਤੋਂ ਪਰਦਾ ਲਾਇਆ ਹੈ ਜੋ ਮਾਸ ਖਾਣ ਦੇ ਸਵਾਲ ਨੂੰ ਧਾਰਮਿਕ ਅੰਧ ਵਿਸ਼ਵਾਸ ਬਣਾ ਲੈਂਦੇ ਹਨ, ਪਰ ਮਨੁੱਖ ਨੂੰ ਨਿਗਲ ਜਾਣ ਉਸ ਦੀ ਕਮਾਈ ਲੁੱਟ ਖਸੁੱਟ ਕਰਨ ਵਿੱਚ ਜ਼ਰਾ ਵੀ ਸੰਕੋਚ ਨਹੀਂ ਕਰਦੇ। ਮਾਸ ਵਾਲੇ ਭੋਜਨ ਨੂੰ ਅਸ਼ੁੱਧ ਤੇ ਸਾਗ ਸਬਜ਼ੀਆਂ ਆਦਿ ਦੇ ਭੋਜਨ ਨੂੰ ਸ਼ੁੱਧ ਕਹਿਣਾ ਮਨ ਮਰਜ਼ੀ ਦੀ ਘਾੜਤ ਹੈ, ਕਿਉਂਕਿ ਸਾਰੇ ਜੀਵਨ ਦਾ ਸਰੋਤ ਇੱਕੋ ਹੀ ਤਰ੍ਹਾਂ ਦੇ ਤੱਤ ਹਨ। ਉਹ ਪੰਡਤਾਂ ਤੇ ਸੰਨਿਆਸੀਆਂ ਨੂੰ ਉਹਨਾਂ ਦੇ ਝੂਠੇ ਵਿਚਾਰਾਂ ਕਾਰਨ ਡਾਂਟਦੇ ਹਨ। ਗੁਰੂ ਨਾਨਕ ਸਾਹਿਬ ਨੇ ਕੁਰਕਸ਼ੇਤਰ ਵਿਖੇ ਖੁਦ ਮਾਸ ਰੰਨਿਆ ਸੀ। ਉਹਨਾਂ ਦੇ ਸਭ ਤੋਂ ਪਹਿਲੇ ਜਾਨਸ਼ੀਨ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿੱਚ ਮਾਸ ਵਰਤਾਇਆ ਜਾਂਦਾ ਸੀ ਤੇ ਬਾਅਦ ਵਿੱਚ ਦੂਜੇ ਗੁਰੂਆਂ ਦੇ ਲੰਗਰ ਵਿੱਚ ਵੀ। ਬਾਣੀ ਦਾ ਉੱਪਰਲਾ ਹਵਾਲਾ ਅਸੀਂ ਇਸ ਕਰਕੇ ਦਿੱਤਾ ਹੈ ਕਿ ਮਾਸ ਵਾਲਾ ਭੋਜਨ ਖਾਣ ਦੀ ਮਨਾਹੀ ਅਹਿੰਸਾ ਦੇ ਸਿਧਾਂਤ ਦੀ ਵੱਡੀ ਅਮਲੀ ਵਰਤੋਂ ਹੈ। ਜਿਹੜੇ ਮਾਸ ਖਾਂਦੇ ਉਹ ਬ੍ਰਾਹਮਣੀ ਸਮਾਜ ਵਿੱਚ ਛੁਟਿਆਏ ਜਾਂਦੇ। ਅਹਿੰਸਾ ਦੇ ਸਿਧਾਂਤ ਵਿੱਚੋਂ ਦੋ ਲੜੀਆਂ ਨਿਕਲਦੀਆਂ ਹਨ। ਪਹਿਲੀ ਉਹ ਜੋ ਧਾਰਮਿਕ ਬੰਦਿਆਂ ਨੂੰ ਮਾਸ ਖਾਣ ਦੀ ਮੁਕੰਮਲ ਮਨਾਹੀ ਕਰਦੀ ਹੈ, ਕਿਉਂਕਿ ਇਸ ਨਾਲ ਜੀਵਨ ਦੇ ਖਿਲਾਫ ਹਿੰਸਾ ਪੈਦਾ ਹੁੰਦੀ ਹੈ ਤੇ ਮਨੁੱਖ ਦੀ ਆਤਮਿਕ ਤਰੱਕੀ ਰੁਕਦੀ ਹੈ। ਦੂਜੀ ਲੜੀ ਮੋਖ ਪ੍ਰਾਪਤ ਕਰਨ ਵਾਲੇ ਬੰਦਿਆਂ ਨੂੰ ਸਮਾਜਿਕ ਰਾਜਸੀ ਸੇਵਾ ਦੇ ਐਸੇ ਖੇਤਰ ਵਿੱਚ ਜਾਣੋਂ ਰੋਕਦੀ ਜਿੱਥੇ ਜ਼ਬਰ ਦਾ ਮੁਕਾਬਲਾ ਕਰਨ ਲਈ ਤਾਕਤ ਦੀ ਵਰਤੋਂ ਲਾਜ਼ਮੀ ਹੁੰਦੀ ਹੈ। ਗੁਰੂ ਨਾਨਕ ਜੀ ਦਾ ਮਾਸ ਖਾਣ ਬਾਰੇ ਇਹ ਸ਼ਬਦ ਅਹਿੰਸਾ ਦੇ ਸਿਧਾਂਤ ਅਤੇ ਇਸ ਤੋਂ ਨਿਕਲਦੀਆਂ ਧਾਰਮਿਕ ਤੇ ਸਮਾਜੀ ਸਿਆਸੀ ਲੜੀਆਂ ਨੂੰ ਬਿਲਕੁਲ ਰੱਦ ਕਰਦਾ ਹੈ। ਮਾਸ ਖਾਣ ਬਾਰੇ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਾਇਜ਼ ਮਨੋਰਥਾਂ ਲਈ ਤਾਕਤ ਦੀ ਵਰਤੋਂ ਬਾਰੇ ਉਹਨਾਂ ਦਾ ਕੀ ਪੈਂਤੜਾ ਸੀ। ਉਹਨਾਂ ਨੇ ਸਪਸ਼ਟ ਤੌਰ ਤੇ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਅਤੇ ਗੁਰੂ ਨਾਨਕ ਸਾਹਿਬ ਅਨਿਆਏ ਕਿਸ ਨੂੰ ਮੰਨਦੇ ਹਨ, ਇਹ ਉਹਨਾਂ ਦੀ ਬਾਣੀ ਤੋਂ ਪਤਾ ਲੱਗ ਜਾਂਦਾ ਹੈ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ। ਮੱਥੈ ਟਿਕਾ ਟੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ। ਦੂਜੇ ਸ਼ਬਦਾਂ ਵਿੱਚ ਉਹ ਲੁੱਟ ਖਸੁੱਟ ਕਰਨ ਵਾਲੇ ਹਿੰਦੂ ਅਤੇ ਮੁਸਲਮਾਨ ਦੋਹਾਂ ਦੀ ਨਿਖੇਧੀ ਕਰਦੇ ਹਨ, ਕਿਉਂਕਿ ਉਹ ਸਪਸ਼ਟ ਤੌਰ ਉੱਤੇ ਦੱਸਦੇ ਹਨ ਕਿ ਪਾਪਾ ਬਾਝੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਆਪਣੇ ਸਮੇਂ ਦੇ ਹਾਕਮਾਂ ਤੇ ਰਾਜ ਪ੍ਰਬੰਧਕਾਂ ਬਾਰੇ ਗੁਰੂ ਸਾਹਿਬ ਨੇ ਕਿਹਾ, ਲਬ ਪਾਪ ਦੁਏ ਰਾਜਾ, ਮਹਿਤਾ ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਹਿਤ ਗਿਆਨ ਵਿਹੂਣੀ, ਪਾਹੇ ਭਰੇ ਮੁਰਦਾਰ। ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿਦਾ ਪਾਇਨ ਘਾਓ, ਰਤ ਪਿਤ ਕੁੱਤੈ ਚਟ ਜਾਹੋ।
जिथे जियां होसी सार, नकी वडी लाएतबार। इस प्रसंग विच गुरु हरगोबिंद साहिब ने एक संत रामदास नूं गुरु नानक देव जी का सिद्धांत स्पष्ट किया। उन्होंने इस सिद्धांत की यह व्याख्या की कि गुरु नानक साहिब ने लालच अते दौलत इकट्ठी करने की मनाही की सी, पर संसारक जीवन जां किसी योग मिशन लई अते अत्याचार नूं खत्म करने लई ताकत की वरतों करने की मनाही नहीं सी कीती। गुरु गोबिंद सिंह साहिब ने इस सिद्धांत नूं बिल्कुल स्पष्ट कर दिता है कि सारे गुरु इक्को ही जोत सन, अर्थात वह इक्को ही मिशन नाल बजे हुए सन। गुरु गोबिंद सिंह जी रब की व्याख्या इस तरह करते हैं, गनीमुल खराज है, गरीबुल निवाज है। बचित्र नाटक विच उन्होंने अपने मिशन बारे स्पष्ट कहा है कि उन्होंने मिशन अत्याचार नूं खत्म करके सच ते न्याय दा राज स्थापित करना सी। गुरु गोबिंद सिंह जी दे ज्योति जोत समान पिछों जिहड़ा पहला सिक्का सिखां ने जारी किया ते जिहड़े बाद विच जारी किए गए उन्हां उत्ते उकरिया होया सी। गुरु गोबिंद सिंह ने देग ते तेग गुरु नानक तो हासिल की है। यह सिख परंपरा कि गुरु गोबिंद सिंह जी ने गुरु नानक साहिब का ही मिशन जारी रखिया बहुत ही जबरदस्त होवेगी जो इसनूं सिक्के उत्ते उकरिया गया। योग मिशन लई ताकत की वरतों जायज़ समझण दा सिद्धांत एक होर वखरेवा है जो सिੱਖੀ दे उपदेश नूं इनकलाबी भगतां ते बाकी पुरातन धर्मां नालों निखेड़दा है। सिख लहर का रूप ते इस दियां जंगी सरगर्मियां दे पक्ष नूं निश्चित करन विच इस निखेड़ कारण दूर रस नतीजे निकले। ईड़ी धर्म। सिख गुरुआं ने धर्म के पुरातन विचार नूं इनकलाबी अर्थ दिते। यह एक होर अहम ते नवीं रीत सी। सनातनी भारती धार्मिक परंपरा विच धर्म एक बहुत ही लचकदार विचार है। इस दे घेरे विच बहुत सारियां मानवी सरगर्मियां आ जांदियां हन जिस विच धार्मिक कर्मकांडी ते आम जीवन के छोटे वरतों विहार भी शामिल हैं। वेसवावां चोरां ते लुटेरियां दे भी अपने अपने पेशे के धर्म हैं, पर कोई भी सर्ब लागू नैतिक इखलाकी नियम नहीं सन। कुदरती नियम वर्गा कोई सिद्धांत नहीं सी। कुदरती दात वजों मिली मानवी बराबरी नूं मनवाउण वाली कोई सत्ता सने रब दे नहीं सी मन्नी गई। मनुखी अधिकारां ਜਿਹੇ किसी भी विचार नूं पैदा होण नूं सनातनी धर्म रोकदा सी। इसदा मुख जोर वर्ण आश्रम धर्म अर्थात जात पात नूं स्थापित करन ते जारी रखण वल लगदा सी। जन्म ते जात दी बुनियाद ते बणियां सनातनी कदरां दे मुकाबले बुद्ध मत ने इखलाकी कदरां ते जोर दिता, पर बुद्ध मत लई जिंदगी दुखां दा घर सी। बुद्ध धर्म स्पष्ट तौर ते दुनिया के त्याग अते अहिंसा नाल जुड़िया होया सी। इस तो इलावा बुद्ध मत धार्मिक मठां विच जिंदगी बिताउण उत्ते जोर दिंदा सी। इस करके समुचे तौर ते आम समाज उत्ते बुद्ध धर्म का असर सद्दा अते टिकवा नहीं पिया, पर सिख गुरुआं लई धर्म दे बिल्कुल ही नवीन अर्थ सन। सिख धर्म का अर्थ सी धरती उत्ते रब दा राज कायम करना, सारे वसीलियां राही एक न्यायपूर्ण समाज कायम करना, समेत वर्ण आश्रम धर्म दे अन्याय दी सारी समाजी ते सियासी ना बराबरी का मुकाबला करके उन्हां नूं खत्म करना अते गरीबां ते दबे कुचलियां लई राज सत्ता नूं हथियाउणा। गुरु गोबिंद सिंह जी ने बचित्र नाटक विच लिखिया है कि उन्हां दे पिता ने धर्म हेत साका जिन किया अते अपने मिशन की व्याख्या उन्हां इस तरह की है। हम यह काज जगत मों आए, धर्म हेत गुरदेव पठाए, जहाँ तहाँ तुम धर्म बिथारो, दुष्ट दोखियन पकर पछारो। याही काज धरा हम जन्म, समझ लेहो साधु सब मन्म। धर्म चलावन संत उबारन, दुष्ट सबन को मूल उपारन। अगे चल के वेखांगे कि किवें गुरु साहिब दे धर्म संबंधी सिੱਖੀ संकल्प नूं संस्था का रूप देण लई ही खालसा साजिया गया। सस्सा गुरुआं लई शरदा। धार्मिक आगुआं लई शरदा सारे धर्मां विच हुंदी है। शरदा दो धारी तलवार है, जे चंगे पासे लगे तां करामाती काम कर सकती है, नहीं तां कुराहे भी लिजा सकती है। हज़रत मुहम्मद साहिब प्रति शरदा ने बहुत सारा जोश पैदा किया, जिस कारण उन्हां दा मनुखता की बराबरी का उद्देश दूर दूर तक फैलिया,
पर जदों इस शरधा ने धार्मिक वितकरापन ਅਤੇ ਸ਼ਰਈ ਕੱਟੜਤਾ ਦਾ ਰੂਪ ਧਾਰਨ ਕਰ ਲਿਆ ਤਾਂ ਹਜ਼ਰਤ ਸਾਹਿਬ ਦਾ ਉੱਚਾ ਆਦਰਸ਼ ਕੁਰਾਹੇ ਪੈ ਗਿਆ। ਭਾਰਤ ਵਿੱਚ ਵੀ ਗੁਰੂ ਦੀ ਸੰਸਥਾ ਦੀ ਬਹੁਤ ਹੀ ਕੋਝੀ ਵਰਤੋਂ ਹੋਈ, ਪਰ ਸਿੱਖ ਗੁਰੂਆਂ ਨੇ ਇਹਨਾਂ ਬੁਰਾਈਆਂ ਤੋਂ ਬਚਣ ਲਈ ਗੁਰੂ ਦੇ ਸਿਧਾਂਤ ਨੂੰ ਮਨੁੱਖੀ ਸ਼ਖਸੀਅਤ ਨਾਲੋਂ ਅੱਡ ਕਰ ਦਿੱਤਾ। ਉਹਨਾਂ ਨੇ ਸ਼ਖਸੀਅਤ ਨਾਲੋਂ ਅਮਲ ਨੂੰ ਉੱਚਾ ਮੰਨਿਆ। ਇਸ ਤਰ੍ਹਾਂ ਉਹਨਾਂ ਨੇ ਧਾਰਮਿਕ ਸ਼ਰਧਾ ਨੂੰ ਸਮਾਜੀ ਤੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਵਾਲੇ ਪਾਸੇ ਲਾਇਆ। ਸਿੱਖਾਂ ਵਿੱਚ ਦੇਹਧਾਰੀ ਗੁਰੂ ਦੀ ਸੰਸਥਾ ਨੂੰ ਖਤਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਰੂਪ ਵਿੱਚ ਗੁਰੂ ਦੀ ਸੰਸਥਾ ਨੂੰ ਖਤਮ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ, ਜੋ ਕਿ ਪਵਿੱਤਰ ਅਸੂਲਾਂ ਦਾ ਸੰਗ੍ਰਹਿ ਹੈ। ਗੁਰੂਆਂ ਪ੍ਰਤੀ ਸਿੱਖਾਂ ਦੀ ਸ਼ਰਧਾ ਨੂੰ ਕਿਵੇਂ ਭਾਈਚਾਰਕ ਭਲਾਈ ਲਈ ਵਰਤਿਆ ਗਿਆ, ਉਸ ਦੀ ਪੂਰੀ ਜੋਖ ਨਾਪ ਤਾਂ ਹੀ ਹੋ ਸਕਦੀ ਹੈ ਜੇ ਇਸ ਨੂੰ ਭਾਰਤੀ ਸਮਾਜੀ ਪ੍ਰਸੰਗ ਵਿੱਚ ਵੇਖਿਆ ਜਾਵੇ। ਪਾਨੀਕਰ ਲਿਖਦਾ ਹੈ, ਇਸ ਵੱਡੇ ਸਮੂਹਕ ਟੱਬਰ ਅਰਥਾਤ ਉਪਜਾਤ ਤੋਂ ਬਾਹਰ ਹਿੰਦੂ ਅਸਲ ਵਿੱਚ ਕਿਸੇ ਸਮਾਜ ਜਾਂ ਸਮੂਹਕ ਗੁੱਟ ਨੂੰ ਮਾਨਤਾ ਨਹੀਂ ਦਿੰਦੇ। ਇਹ ਉਪਜਾਤ ਸਭ ਤੋਂ ਵਿਸ਼ਾਲ ਸਮਾਜੀ ਬਣਤਰ ਹੈ ਜੋ ਹਿੰਦੂਆਂ ਨੇ ਬਣਾਈ। ਇਸ ਲਈ ਹਿੰਦੂਆਂ ਦੀ ਵਫਾਦਾਰੀ ਤੇ ਭਾਈਚਾਰਕ ਰਿਸ਼ਤੇ ਇਸ ਉਪਜਾਤੀ ਦੇ ਘੇਰੇ ਨੂੰ ਨਹੀਂ ਟੱਪਦੇ। ਇਹ ਉਪਜਾਤੀ ਉਹ ਪੁਖਤਾ ਨੀਂਹ ਹੈ ਜਿਸ ਉੱਤੇ ਹਿੰਦੂ ਸਮਾਜ ਦੀ ਉਸਾਰੀ ਕੀਤੀ ਗਈ ਹੈ। ਦਰਜਾ ਬਦਰਜੀ ਦੇ ਆਧਾਰ ਉੱਤੇ ਉਸਰੇ ਹੋਏ ਸਮਾਜ ਵਿੱਚੋਂ ਲੋਕਾਂ ਨੂੰ ਕੱਢ ਕੇ ਉਹਨਾਂ ਨੂੰ ਮਾਨਵਵਾਦੀ ਕੰਮਾਂ ਨੂੰ ਪੂਰਾ ਕਰਨ ਵਾਸਤੇ ਲਾਉਣਾ ਆਪਣੇ ਆਪ ਵਿੱਚ ਬਹੁਤ ਔਖੀ ਸਮੱਸਿਆ ਸੀ। ਸਮਾਜਿਕ ਵਫਾਦਾਰੀਆਂ ਦੀ ਡੱਬਾਬੰਦੀ ਅਤੇ ਇਹਨਾਂ ਦੇ ਤੰਗ ਦਾਇਰੇ ਵਿੱਚ ਘੇਰੇ ਜਾਣ ਨੇ ਇਸ ਸਮੱਸਿਆ ਨੂੰ ਹੋਰ ਮੁਸ਼ਕਲ ਬਣਾ ਦਿੱਤਾ, ਕਿਉਂਕਿ ਭਾਰਤ ਵਿੱਚ ਹਰੇਕ ਮਾਨਵੀ ਸਰਗਰਮੀ ਨੂੰ ਧਾਰਮਿਕ ਐਨਕਾਂ ਰਾਹੀਂ ਵੇਖਿਆ ਜਾਂਦਾ ਸੀ। ਇਸ ਕਰਕੇ ਕੋਈ ਧਾਰਮਿਕ ਆਗੂ ਹੀ ਲੋਕਾਂ ਦੀ ਉਸ ਪ੍ਰਤੀ ਸ਼ਰਧਾ ਨੂੰ ਇਸ ਤਰ੍ਹਾਂ ਮੋੜ ਦੇ ਸਕਦਾ ਸੀ ਕਿ ਲੋਕ ਨਿਖੇੜਨ ਵਾਲੀਆਂ ਕਦਰਾਂ ਤੇ ਵਫਾਦਾਰੀਆਂ ਤੋਂ ਉੱਪਰ ਉੱਠ ਕੇ ਅੱਗੇ ਵਧੂ ਸਮਾਜੀ ਨਿਸ਼ਾਨੇ ਪੂਰਾ ਕਰਨ ਵਾਲੇ ਬੰਨੇ ਲੱਗਣ। ਇਹ ਤਾਂ ਹੀ ਹੋ ਸਕਦਾ ਸੀ ਜੇ ਧਾਰਮਿਕ ਲੀਡਰ ਅੱਗੇ ਵਧੂ ਸਮਾਜਿਕ ਨਿਸ਼ਾਨੇ ਪ੍ਰਾਪਤ ਕਰਨ ਲਈ ਖੁਦ ਆਪ ਤੁਲਿਆ ਹੋਵੇ। ਭਾਰਤ ਦੇ ਧਾਰਮਿਕ ਮਾਹੌਲ ਵਿੱਚ ਸ਼ਾਇਦ ਇਹ ਇੱਕੋ ਇੱਕ ਸਾਧਨ ਸੀ। ਸਿੱਖ ਲਹਿਰ ਨੇ ਇਹੋ ਕੁਝ ਕੀਤਾ। ਸਿੱਖ ਗੁਰੂਆਂ ਵਿੱਚ ਲੋਕਾਂ ਦੀ ਸ਼ਰਧਾ ਰਾਹੀਂ ਸ਼ਰਧਾਲੂਆਂ ਵਿੱਚ ਦਰਜਾ ਬਦਰਜੀ ਦੀਆਂ ਕਦਰਾਂ, ਤੰਗ ਨਜ਼ਰੀਏ ਵਾਲੀਆਂ ਨਿੱਜੀ ਤੇ ਜਾਤ ਤੇ ਜਮਾਤ ਪ੍ਰਤੀ ਵਫਾਦਾਰੀਆਂ ਦੂਰ ਹੋ ਗਈਆਂ ਜਾਂ ਮੱਧਮ ਪੈ ਗਈਆਂ। ਸਿੱਖ ਗੁਰੂ ਆਪਣੇ ਇਨਕਲਾਬੀ ਮਿਸ਼ਨ ਨਾਲ ਕਿਸ ਹੱਦ ਤੱਕ ਬੱਝੇ ਹੋਏ ਸਨ, ਇਸ ਦਾ ਵੱਡਾ ਸਬੂਤ ਇਹ ਹੈ ਕਿ ਉਹਨਾਂ ਲੋਕਾਂ ਦੀ ਸ਼ਰਧਾ ਨੂੰ ਆਪਣੀ ਜਾਤ ਤੋਂ ਨਿਖੇੜ ਕੇ ਇਨਕਲਾਬੀ ਮਨੋਰਥ ਪੂਰਾ ਕਰਨ ਵਾਲੇ ਪਾਸੇ ਲਾ ਦਿੱਤਾ। ਇਸ ਬਾਰੇ ਢੇਰ ਸਬੂਤ ਮਿਲਦੇ ਹਨ। ਚਮਕੌਰ ਦੀ ਲੜਾਈ ਵਿੱਚ ਜਦੋਂ ਗੜ੍ਹੀ ਵਿੱਚ ਘਿਰੇ ਹੋਏ ਸਿੱਖਾਂ ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਗਏ ਤੇ ਗੜ੍ਹੀ ਉੱਤੇ ਜ਼ਿਆਦਾ ਦੇਰ ਤੱਕ ਕਬਜ਼ਾ ਰੱਖਣਾ ਮੁਮਕਿਨ ਨਾ ਰਿਹਾ, ਤਾਂ ਜਿਹੜੇ ਥੋੜੇ ਸਿੱਖ ਬਾਕੀ ਬਚੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਲਈ ਮਜਬੂਰ ਕੀਤਾ ਤਾਂ ਕਿ ਬਾਹਰ ਜਾ ਕੇ ਉਹ ਲਹਿਰ ਨੂੰ ਦੁਬਾਰਾ ਜਥੇਬੰਦ ਕਰ ਸਕਣ। ਭਾਈ ਸੰਤ ਸਿੰਘ ਨੇ ਗੁਰੂ ਸਾਹਿਬ ਵਰਗੇ ਕੱਪੜੇ ਪਾ ਲਏ ਤਾਂ ਕਿ ਦੁਸ਼ਮਣ ਉਨਾ ਚਿਰ ਧੋਖੇ ਵਿੱਚ ਰਹੇ ਜਿੰਨਾ ਚਿਰ ਗੁਰੂ ਸਾਹਿਬ ਬਚ ਕੇ ਨਿਕਲ ਨਾ ਜਾਣ। ਆਖਰ ਨੂੰ ਜਦੋਂ ਭਾਈ ਸੰਤ ਸਿੰਘ ਤੇ ਕਾਬੂ ਪਾ ਲਿਆ ਗਿਆ ਤਾਂ ਉਹ ਸਿਰਫ ਖਾਲਸਾ ਖਾਲਸਾ ਬੋਲਦਾ ਰਿਹਾ। ਇਸ ਤੋਂ ਸਿਵਾ ਉਸਦੀ ਕੋਈ ਵੀ ਹੋਰ ਇੱਛਾ ਨਹੀਂ ਸੀ। ਜਦੋਂ ਸੰਤ ਸਿੰਘ ਸ਼ਹੀਦ ਹੋਇਆ ਤਾਂ ਉਸਦੇ ਬੁੱਲਾਂ ਤੇ ਵਾਹਿਗੁਰੂ ਸੀ। ਜਿਸ ਨੁਕਤੇ ਵੱਲ ਅਸੀਂ ਇੱਥੇ ਧਿਆਨ ਦਿਵਾਉਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਗੁਰੂ ਲਈ ਸ਼ਰਧਾ ਨੂੰ ਇਨਕਲਾਬੀ ਕਾਰਜ ਲਈ ਸ਼ਰਧਾ ਵਿੱਚ ਤਬਦੀਲ ਕਰ ਦਿੱਤਾ ਗਿਆ। ਗੁਰੂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਨੂੰ ਇਨਕਲਾਬੀ ਮਿਸ਼ਨ ਦੀ ਅੰਤਮ ਜਿੱਤ ਦੇ ਅਟੱਲ ਵਿਸ਼ਵਾਸ ਵਿੱਚ ਬਦਲੇ ਜਾਣ ਦੇ ਕਾਰਨ ਹੀ ਗੁਰੂ ਸਾਹਿਬ ਦੇ ਸੁਰਗਵਾਸ ਕਰ ਜਾਣ ਬਾਅਦ ਵੀ ਇਹ ਲਹਿਰ ਲੰਮੀ ਹਥਿਆਰਬੰਦ ਜੱਦੋ-ਜਹਿਦ ਦੇ ਰੂਪ ਵਿੱਚ ਚੱਲਦੀ ਰਹੀ। ਭੰਗੂ ਸਿੱਖ ਯੋਧਿਆਂ ਤੇ ਗੁਰੀਲਿਆਂ ਬਾਰੇ ਲਿਖਦਾ ਹੈ, ਨਾਂਗੇ ਖਰੇ ਉਹ ਭੁੱਖੇ ਪਿਆਸੇ, दारू सिक्का नह कछ पासे, हाट पटन बाजार सो नाही, रोगी औखद बिन मर जाही, गुर बचनन की उनको आस, याही खजाने उनके पास। इस किस्म दीयां मिसालां अणगिणत हन। सिख इतिहास उन्हां तसीहियां कुर्बानियां ते शहीदियां दी लंबी कहानी है जो सिखां ने गुरु साहिबान विच अपनी शरधा दे सदका अपना मिशन पूरा करन लई कीतियां।
ਇਹ ਉਹੀ ਮਿਸ਼ਨ ਸੀ ਜਿਸ ਲਈ ਗੁਰੂਆਂ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਤੇ ਅਗਵਾਈ ਕੀਤੀ ਸੀ। 6ਵਾਂ, ਸਿੱਖ ਸਿਧਾਂਤ ਤੇ ਸਿੱਖ ਲਹਿਰ। ਸਿੱਖ ਮੱਤ ਨੇ ਧਰਮ ਦਾ ਇੱਕ ਵਿਸਥਾਰਤ ਤੇ ਇਕਾਗਰ ਨਜ਼ਰੀਆ ਬਣਾਇਆ। ਇਸ ਦ੍ਰਿਸ਼ਟੀਕੋਣ ਅਨੁਸਾਰ ਧਰਮ ਦਾ ਮਤਲਬ ਹੈ ਸਮੁੱਚੀ ਜ਼ਿੰਦਗੀ ਵੱਲੋਂ ਪਾਈਆਂ ਗਈਆਂ ਵੰਗਾਰਾਂ ਨੂੰ ਨਜਿੱਠਣਾ, ਕਿਉਂਕਿ ਸਮੂਹ ਜ਼ਿੰਦਗੀ ਇੱਕ ਇਕਾਈ ਹੈ। ਇਸ ਦੇ ਟੋਟੇ ਨਹੀਂ ਕੀਤੇ ਜਾ ਸਕਦੇ ਤੇ ਇਸ ਨੂੰ ਮਨ ਮਰਜ਼ੀ ਅਨੁਸਾਰ ਧਾਰਮਿਕ, ਸਮਾਜੀ ਤੇ ਸਿਆਸੀ ਵੱਖਰੇ ਵੱਖਰੇ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਸਮੁੱਚੇ ਤੌਰ ਤੇ ਧਰਮ ਦਾ ਨਿਸ਼ਾਨਾ ਸਿਰਫ ਵਿਅਕਤੀ ਦੇ ਚਰਿੱਤਰ ਨੂੰ ਹੀ ਬਦਲਣਾ ਨਹੀਂ, ਸਗੋਂ ਉਸ ਦੇ ਸਮਾਜੀ ਤੇ ਸਿਆਸੀ ਵਾਤਾਵਰਣ ਨੂੰ ਵੀ ਬਦਲਣਾ ਹੈ, ਕਿਉਂਕਿ ਇਹ ਵਾਤਾਵਰਣ ਵਿਅਕਤੀ ਦੇ ਚਰਿੱਤਰ ਦੀ ਉਸਾਰੀ ਨੂੰ ਨਿਸ਼ਚਿਤ ਕਰਦਾ ਹੈ। ਇਸ ਲਈ ਧਰਮ ਦਾ ਨਿਸ਼ਾਨਾ ਹੈ ਕਿ ਮਨੁੱਖ ਤੇ ਸਮਾਜ ਦੋਹਾਂ ਵਿੱਚ ਪੂਰਨ ਆਜ਼ਾਦੀ ਦੀ ਤਬਦੀਲੀ ਲਿਆਉਣ ਦੇ ਨਾਲ ਨਾਲ ਅਨਿਆਂ ਭਰੇ ਸਮਾਜੀ ਤੇ ਸਿਆਸੀ ਪ੍ਰਬੰਧ ਨੂੰ ਖਤਮ ਕਰਨਾ ਵੀ ਲਾਜ਼ਮੀ ਹੈ। ਸਿੱਖ ਗੁਰੂਆਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਜ਼ੋਰ ਦਿੱਤਾ ਹੈ ਕਿ ਸਾਰੀਆਂ ਮਾਨਵੀ ਬੁਰਾਈਆਂ ਦੀ ਜੜ ਹਉਮੈ ਜਾਂ ਨਿੱਜਵਾਦ ਹੈ ਤੇ ਇਸ ਦਾ ਇਲਾਜ ਨਾਮ ਜਾਂ ਰੱਬ ਨਾਲ ਜੁੜਨਾ ਹੀ ਹੈ। ਇਸ ਵਿਸ਼ੇ ਤੇ ਚਰਚਾ ਕਰਨੀ ਸਾਡੇ ਮਜ਼ਮੂਨ ਨਾਲ ਸਿੱਧਾ ਸੰਬੰਧ ਨਹੀਂ ਰੱਖਦੀ, ਪਰ ਇੱਥੇ ਇਸ ਦਾ ਜ਼ਿਕਰ ਅਸੀਂ ਇਹ ਦੱਸਣ ਲਈ ਕਰ ਰਹੇ ਹਾਂ ਕਿ ਗੁਰੂ ਸਾਹਿਬ ਇਸ ਗੱਲ ਨੂੰ ਕਿੰਨੀ ਅਹਿਮੀਅਤ ਦਿੰਦੇ ਸਨ ਕਿ ਮਨੁੱਖ ਦੀ ਹਉਮੈ ਦੀ ਚੇਤਨਤਾ ਨੂੰ ਐਸੇ ਪੱਧਰ ਤੱਕ ਉੱਚੀਆਂ ਚੁੱਕ ਦਿੱਤਾ ਜਾਏ ਕਿ ਹਉਮੈ ਦੀਆਂ ਬੁਰਾਈਆਂ ਉਸ ਉੱਤੇ ਹਾਵੀ ਨਾ ਹੋਣ, ਕਿਉਂਕਿ ਹਉਮੈ ਵਿੱਚੋਂ ਹੀ ਮਨੁੱਖ ਦੇ ਸਾਰੇ ਮਨੋਰਥ ਤੇ ਲੱਛਣ ਪੈਦਾ ਹੁੰਦੇ ਹਨ। ਗੁਰੂਆਂ ਨੇ ਆਪਣੀ ਬਾਣੀ ਵਿੱਚ ਹਉਮੈ ਦੀ ਚੇਤਨਤਾ ਨੂੰ ਬਦਲਣ ਉੱਤੇ ਇੰਨਾ ਵੱਧ ਜ਼ੋਰ ਦਿੱਤਾ ਹੈ ਕਿ ਕਈ ਲੋਕ ਗਲਤੀ ਨਾਲ ਸਿੱਖ ਮੱਤ ਨੂੰ ਸਿਰਫ ਨਾਮ ਮਾਰਗ ਹੀ ਸਮਝ ਲੈਂਦੇ ਹਨ ਤੇ ਇਸ ਦੇ ਸਮਾਜੀ ਅਤੇ ਸਿਆਸੀ ਅਰਥਾਂ ਨੂੰ ਵਿਸਾਰ ਦਿੰਦੇ ਹਨ। ਉਸ ਰੋਲ ਨੂੰ ਵੀ ਭੁੱਲ ਜਾਂਦੇ ਹਨ ਜੋ ਗੁਰੂਆਂ ਨੇ ਇਤਿਹਾਸ ਵਿੱਚ ਅਦਾ ਕੀਤਾ ਹੈ। ਕਿਸੇ ਵੀ ਸਮਾਜੀ ਤੇ ਸਿਆਸੀ ਪ੍ਰਬੰਧ ਦਾ ਚਰਿੱਤਰ ਇਸ ਵਿੱਚ ਸ਼ਾਮਲ ਹੋਏ ਲੋਕਾਂ ਦੇ ਮਨੋਰਥ ਤੇ ਚਰਿੱਤਰਾਂ ਤੋਂ ਬਣਦਾ ਹੈ। ਇਸ ਲਈ ਗੁਰੂਆਂ ਨੇ ਲਾਲਚ ਅਤੇ ਜ਼ਬਰ ਦੀ ਭਾਵਨਾ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਹੈ। ਇਹ ਜ਼ੋਰ ਸਿਰਫ ਵਿਅਕਤੀ ਨੂੰ ਬਦਲਣ ਤੇ ਹੀ ਨਹੀਂ ਸੀ, ਸਗੋਂ ਸਮਾਜ ਦੇ ਚਰਿੱਤਰ ਨੂੰ ਵੀ ਬਦਲਣ ਤੇ ਸੀ, ਕਿਉਂਕਿ ਸਿੱਖ ਸਿਧਾਂਤ ਅਨੁਸਾਰ ਵਿਅਕਤੀ ਅਤੇ ਸਮਾਜ ਦੀ ਹੋਣੀ ਇੱਕ ਦੂਜੇ ਨਾਲ ਅਨਿੱਖੜ ਰੂਪ ਵਿੱਚ ਜੁੜੀ ਹੋਈ ਸੀ। ਸਿੱਖ ਲਹਿਰ ਨੂੰ ਉਦੋਂ ਤੱਕ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ ਜਿੰਨਾ ਚਿਰ ਇਹ ਨਾ ਸਮਝ ਲਿਆ ਜਾਏ ਕਿ ਸਿੱਖੀ ਦਾ ਧਰਮ ਬਾਰੇ ਇੱਕ ਇਕਾਗਰ ਨਜ਼ਰੀਆ ਹੈ। ਗੁਰੂਆਂ ਨੇ ਦੋ ਰੁੱਖਾਂ ਰਾਹ ਅਖਤਿਆਰ ਕੀਤਾ। ਇੱਕ ਪਾਸੇ ਤਾਂ ਇੱਕ ਆਦਰਸ਼ਕ ਸਮਾਜ ਬਣਾਉਣ ਲਈ ਉਹਨਾਂ ਨੇ ਰੱਬ ਨੂੰ ਸਨਮੁਖ ਇਨਸਾਨ ਗੁਰਮੁਖ ਬਣਾਉਣ ਦਾ ਯਤਨ ਕੀਤਾ ਅਤੇ ਦੂਜੇ ਪਾਸੇ ਇੱਕ ਐਸਾ ਸਮਾਜ ਬਣਾਉਣ ਦਾ ਯਤਨ ਕੀਤਾ ਜੋ ਇੱਕ ਆਦਰਸ਼ ਇਨਸਾਨ ਬਣਾਉਣ ਵਿੱਚ ਸਹਾਈ ਹੋਵੇ। ਇਸ ਤਰ੍ਹਾਂ ਸਿੱਖ ਪੰਥ ਨੂੰ ਐਸੇ ਫਿਰਕੇ ਦੇ ਤੌਰ ਤੇ ਜਥੇਬੰਦ ਨਹੀਂ ਕੀਤਾ ਗਿਆ ਜੋ ਸਿਰਫ ਧਰਮ ਦੇ ਪਰੰਪਰਾਈ ਭਾਰਤੀ ਤੌਰ ਤਰੀਕੇ ਅਨੁਸਾਰ ਚੱਲਦਾ ਰਹੇ, ਬਲਕਿ ਸਿੱਖ ਪੰਥ ਨੂੰ ਜਾਤ ਪਾਤੀ ਸਮਾਜ ਨੂੰ ਬਦਲਣ, ਧਾਰਮਿਕ ਤੇ ਸਿਆਸੀ ਜ਼ਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ ਗਿਆ। ਪੰਥ ਦੀ ਜਥੇਬੰਦੀ ਤੇ ਇਸ ਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਇੱਕੋ ਸਿਧਾਂਤ ਦੇ ਅੰਗ ਹਨ। ਇਹਨਾਂ ਉੱਤੇ ਅਸੀਂ ਅੱਗੇ ਜਾ ਕੇ ਵਿਚਾਰ ਕਰਾਂਗੇ। ਇਹ ਸਭ ਸਿੱਖ ਸਿਧਾਂਤ ਵਿੱਚੋਂ ਹੀ ਨਿਕਲੇ ਹਨ। ਸਿੱਖ ਮੱਤ ਦਾ ਸੱਭਿਆਚਾਰਕ ਇਨਕਲਾਬ ਇੱਕ ਫੌਜੀ ਇਨਕਲਾਬੀ ਲਹਿਰ ਵਿੱਚ ਬਦਲਿਆ ਅਤੇ ਫੌਜੀ ਇਨਕਲਾਬੀ ਲਹਿਰ ਦਾ ਨਿਸ਼ਾਨਾ ਸਿੱਖ ਨੈਤਿਕ ਆਦਰਸ਼ਾਂ ਨੂੰ ਕਾਇਮ ਕਰਨਾ ਸੀ। ਇਸ ਦੋ ਪੱਖੇ ਨਿਸ਼ਾਨੇ ਨੂੰ ਕਾਇਮ ਰੱਖਣਾ ਆਸਾਨ ਨਹੀਂ ਸੀ, ਪਰ ਸਿੱਖਾਂ ਸਾਹਮਣੇ ਜੋ ਆਦਰਸ਼ ਗੁਰੂਆਂ ਨੇ ਨਿਸ਼ਚਿਤ ਕੀਤੇ ਉਸ ਬਾਰੇ ਕੋਈ ਸ਼ੱਕ ਨਹੀਂ। ਹੋਦੇ ਤਾਣ ਤਾਣੀਆਂ ਰਹਿ ਨਿਮਾਣੀਆਂ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਅਰਥਾਤ ਇਨਕਲਾਬੀ ਤੀਖਣਤਾ ਤੇ ਨਿਮਰਤਾ ਦਾ ਦੁਰਲਭ ਸੰਯੋਗ। ਸਿੱਖ ਨੂੰ ਸੰਤ ਸਿਪਾਹੀ ਬਣਨਾ ਪੈਣਾ ਸੀ। ਹਕੀਕਤ ਦੇ ਲੇਖਕ ਨੇ ਲਿਖਿਆ ਹੈ, ਨਾਨਕ ਦੇ ਪੰਥ ਦੀ ਸਮੁੱਚੀ ਬੰਦਗੀ ਵਿੱਚ ਨਿਮਰਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਕਾਂਡ 10ਵਾਂ, ਸਿੱਖ ਪੰਥ। ਆਪਣੀ ਵਿਚਾਰਧਾਰਾ ਮੁਤਾਬਕ ਸਿੱਖ ਗੁਰੂ ਆਪਣੇ ਸਿਧਾਂਤਾਂ ਨੂੰ ਪ੍ਰਚਾਰਨ ਦੀ ਹੱਦ ਤੱਕ ਹੀ ਸੀਮਤ ਨਹੀਂ ਸਨ ਰਹਿ ਸਕਦੇ। ਉਹਨਾਂ ਦਾ ਸਮੂਹਕ ਸੰਸਾਰਕ ਨਜ਼ਰੀਆ ਉਹਨਾਂ ਨੂੰ ਮਜਬੂਰ ਕਰਦਾ ਸੀ ਕਿ ਉਹ ਅਨਿਆਂ ਭਰੇ ਜਾਤ ਪਾਤੀ ਪ੍ਰਬੰਧ ਅਤੇ ਧਾਰਮਿਕ ਤੇ ਸਿਆਸੀ ਜ਼ਬਰ ਦੇ ਚੈਲੰਜ ਨੂੰ ਕਬੂਲ ਕਰਨ। ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਲੋਕਾਂ ਨੂੰ ਜਥੇਬੰਦ ਕਰਨਾ ਜ਼ਰੂਰੀ ਸੀ।
ਜਾਤ ਪਾਤੀ ਪ੍ਰਬੰਧ ਅਤੇ ਅਤਿਆਚਾਰੀ ਰਾਜ ਪ੍ਰਬੰਧ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਲਈ ਲਾਜ਼ਮੀ ਸੀ ਕਿ ਇਹਨਾਂ ਦੇ ਮੁਕਾਬਲੇ ਦੀਆਂ ਨਵੀਆਂ ਸਮਾਜੀ ਤੇ ਰਾਜਸੀ ਸੰਸਥਾਵਾਂ ਕਾਇਮ ਕੀਤੀਆਂ ਜਾਣ। ਇਸ ਤੋਂ ਬਗੈਰ ਕੋਈ ਹੋਰ ਰਾਹ ਨਹੀਂ ਸੀ। ਇਹਨਾਂ ਚੈਲੰਜਾਂ ਨੂੰ ਅੱਖੋਂ ਓਹਲੇ ਕਰਨ ਨਾਲ ਨਾ ਤਾਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਹੋਣਾ ਸੀ ਅਤੇ ਨਾ ਹੀ ਸਰਬ ਸਾਂਝੇ ਮਾਨਵਵਾਦ ਨੂੰ ਕਾਇਮ ਕਰਨ ਵਿੱਚ ਕੋਈ ਹਿੱਸਾ ਪਾਇਆ ਜਾ ਸਕਣਾ ਸੀ। ਨਵੀਆਂ ਅੱਡਰੀਆਂ ਸੰਸਥਾਵਾਂ ਬਣਾਉਣਾ ਅਤੇ ਨਾਲ ਹੀ ਜਨਤਕ ਜਥੇਬੰਦੀ ਵਿੱਚ ਸਰਬ ਲਾਗੂ ਮਾਨਵਵਾਦ ਕਾਇਮ ਰੱਖਣਾ ਸੌਖੇ ਕੰਮ ਨਹੀਂ ਸਨ। ਜੇ ਆਦਰਸ਼ਵਾਦ ਨੂੰ ਸਮਾਜ ਦੇ ਭਲੇ ਲਈ ਵਰਤਣਾ ਹੋਵੇ ਤਾਂ ਇਸ ਨੂੰ ਠੀਕ ਤਰ੍ਹਾਂ ਜਥੇਬੰਦ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਆਦਰਸ਼ਵਾਦ ਇੱਕ ਪ੍ਰੇਰਨਾ ਦੇਣ ਤੱਕ ਦੇ ਸਰੋਤ ਵਜੋਂ ਸੀਮਤ ਰਹੇਗਾ। ਇਹੀ ਗੱਲ ਇਸ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਆਦਰਸ਼ ਨੂੰ ਨਾ ਜਥੇਬੰਦ ਕਰਨ ਦੇ ਕਾਰਨ ਹੀ ਇਨਕਲਾਬੀ ਭਗਤੀ ਵਿਚਾਰਧਾਰਾ ਦਾ ਸਮਾਜਿਕ ਤਬਦੀਲੀ ਲਿਆਉਣ ਵਿੱਚ ਨਾ ਮਾਤਰ ਅਸਰ ਪਿਆ। ਜੇ ਸਮਾਜੀ ਮਨੋਰਥਾਂ ਨੂੰ ਪੂਰਾ ਕਰਨ ਵਾਸਤੇ ਆਦਰਸ਼ਵਾਦ ਨੂੰ ਵਰਤਣਾ ਹੈ ਤਾਂ ਇਸ ਨੂੰ ਅਵਸ਼ ਹੀ ਸੰਸਥਾਈ ਰੂਪ ਦੇਣਾ ਪਵੇਗਾ ਅਤੇ ਸੰਸਥਾਈ ਰੂਪ ਧਾਰਨ ਕਰਨ ਵਿੱਚ ਹੀ ਇੱਕ ਆਦਰਸ਼ ਹੋਰਨਾਂ ਨਾਲੋਂ ਨਿਆਰੀ ਤੇ ਨਿਖੜਵੀਂ ਹੋਂਦ ਧਾਰਨ ਕਰ ਲੈਂਦਾ ਹੈ। ਇਸ ਦੇ ਨਾਲ ਲਗਵੀਂ ਹੀ ਇਹ ਗੱਲ ਹੈ ਕਿ ਲੋੜੀਂਦੀ ਸਮਾਜੀ ਤਬਦੀਲੀ ਲਿਆਉਣ ਲਈ ਜਿਤਨਾ ਵਧੇਰੇ ਜ਼ੋਰ ਲਾਉਣ ਦੀ ਲੋੜ ਹੋਵੇ, ਉਤਨਾ ਵਧੇਰੇ ਹੀ ਤਬਦੀਲੀ ਲਿਆਉਣ ਵਾਲੀ ਵਿਚਾਰਧਾਰਾ ਦੇ ਸੰਸਥਾਈ ਰੂਪ ਦੇ ਨਿਆਰੇ ਅਤੇ ਨਿਖੜਵੇਂ ਹੋਣ ਉੱਤੇ ਜ਼ੋਰ ਦੇਣਾ ਪਵੇਗਾ। ਪਹਿਲਾ, ਨਿਖੇੜਾ। ਗੁਰੂ ਨਾਨਕ ਸਾਹਿਬ ਦਾ ਸਾਂਝੀਵਾਲਤਾ ਅਤੇ ਗੈਰ ਫਿਰਕਾਦਾਰੀ ਦਾ ਉਪਦੇਸ਼ ਆਪਣੇ ਆਪ ਵਿੱਚ ਸਿੱਖ ਮਿਸ਼ਨ ਨੂੰ ਪੁਰਾਣੇ ਮੱਤਾਂ ਨਾਲੋਂ ਨਿਖੇੜਨ ਵੱਲ ਪਹਿਲਾ ਕਦਮ ਸੀ। ਉਸ ਸਮੇਂ ਦਾ ਭਾਰਤੀ ਮਾਹੌਲ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਪਰਸਪਰ ਨਫ਼ਰਤ ਨਾਲ ਭਰਿਆ ਪਿਆ ਸੀ। ਇਸ ਤੋਂ ਇਲਾਵਾ ਉਹ ਆਪਣੀ ਅੰਦਰੂਨੀ ਸੰਪਰਦਾਇਕ ਈਰਖਾ ਦੇ ਕਾਰਨ ਵੰਡੇ ਹੋਏ ਸਨ। ਧਾਰਮਿਕ ਸ਼ਰਧਾਲੂ ਕਿਸੇ ਨਾ ਕਿਸੇ ਸੰਪਰਦਾਇ ਦੀ ਵਲਗਣ ਵਿੱਚ ਕੈਦ ਸਨ। ਆਪਣੇ ਫਿਰਕੇ ਦੀ ਤੰਗ ਨਜ਼ਰੀ ਨੂੰ ਕੋਈ ਵਿਰਲਾ ਹੀ ਛੱਡਦਾ ਸੀ। ਅਜਿਹੇ ਮਾਹੌਲ ਵਿੱਚ ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ ਕਿ ਉਹ ਨਾ ਹਿੰਦੂ ਹਨ ਨਾ ਮੁਸਲਮਾਨ। ਵੱਖ-ਵੱਖ ਥਾਵਾਂ ਤੇ ਜਦੋਂ ਉਹਨਾਂ ਨੂੰ ਸਿੱਧਾ ਸਵਾਲ ਕਰਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ, ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ, ਮੈਂ ਨਾ ਹੀ ਵੇਦਾਂ ਨੂੰ ਮੰਨਦਾ ਹਾਂ ਨਾ ਕੁਰਾਨ ਨੂੰ, ਹਿੰਦੂ ਕਹਾਂ ਤਾਂ ਮਾਰੀਆ ਮੁਸਲਮਾਨ ਵੀ ਨਾਹੀਂ। ਉਹਨਾਂ ਨੇ ਜੋਗੀਆਂ ਨੂੰ ਸਮਝਾਇਆ ਕਿ ਉਹ ਤੰਗ ਨਜ਼ਰੀ ਤੋਂ ਉਤਾਹ ਉੱਠਣ ਤੇ ਸਾਰੀ ਮਾਨਵਤਾ ਨੂੰ ਆਪਣੀ ਸਮਝਣ। ਆਈ ਪੰਥੀ ਸਗਲ ਜਮਾਤੀ। ਉਹਨਾਂ ਦੀ ਆਪਣੀ ਬਾਣੀ ਤੋਂ ਇਲਾਵਾ ਜਨਮ ਸਾਖੀਆਂ ਤੋਂ ਵੀ ਬਹੁਤ ਸਾਰੇ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਜੀ ਦੇ ਸਮਕਾਲੀਆਂ ਨੇ ਉਹਨਾਂ ਦੇ ਸਰਬ ਸਾਂਝੀਵਾਲ ਤੇ ਮਾਨਵਵਾਦੀ ਹੋਣ ਨੂੰ ਕਬੂਲਿਆ। ਜਦੋਂ ਉਹ ਮੁਲਤਾਨ ਵਿਖੇ ਸ਼ੇਖ ਬਹਾਉਦੀਨ ਜ਼ਕਰੀਆ ਦੇ ਮਕਬਰੇ ਤੇ ਗਏ ਤਾਂ ਉੱਥੋਂ ਦੇ ਮੁੱਲਾ ਨੇ ਕਿਹਾ, ਸਾਨੂੰ ਪਤਾ ਹੈ ਤੁਸੀਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕੋਈ ਭੇਦ ਨਹੀਂ ਕਰਦੇ। ਗੁਰੂ ਨਾਨਕ ਜੀ ਨੇ ਮੁਸਲਮਾਨ ਫਕੀਰ ਕੰਧਾਰੀ ਨੂੰ ਸਮਝਾਇਆ ਕਿ ਸੁੰਨੀਆਂ ਤੇ ਰਾਫਜ਼ੀਆਂ ਵਿੱਚ ਕੋਈ ਫਰਕ ਨਹੀਂ ਵੇਖਣਾ ਚਾਹੀਦਾ ਕਿਉਂਕਿ ਸਭ ਫਿਰਕਿਆਂ ਦਾ ਸੰਬੰਧ ਪਰਮਾਤਮਾ ਨਾਲ ਹੈ। ਪਠਾਨ ਉਬਾਰੇ ਖਾਨ ਨੂੰ ਯਕੀਨ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਹਿੰਦੂ ਜਾਂ ਮੁਸਲਿਮ ਫਿਰਕਾਦਾਰੀ ਤੋਂ ਉੱਪਰ ਹਨ। ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਜਾ ਵਸੇ ਤਾਂ ਹਿੰਦੂ ਤੇ ਮੁਸਲਮਾਨ ਦੋਵੇਂ ਉਹਨਾਂ ਦੇ ਦਰਸ਼ਨ ਨੂੰ ਆਉਂਦੇ। ਗੁਰੂ ਨਾਨਕ ਜੀ ਦੇ ਨਜ਼ਦੀਕ ਦੇ ਸਮਕਾਲੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ। ਅਰਥਾਤ ਹਿੰਦੂ ਮੁਸਲਮਾਨ ਹੋਣ ਦਾ ਫਿਰਕੂਪੁਣਾ ਛੱਡ ਕੇ ਗੁਰੂ ਨਾਨਕ ਦੇ ਅਸਰ ਥੱਲੇ ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣੀ ਤੰਗ ਨਜ਼ਰੀ ਛੱਡ ਦਿੱਤੀ। ਹਿੰਦੂ ਤੇ ਮੁਸਲਮਾਨ ਦੋਵੇਂ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨਾ ਆਪਣਾ ਆਪਣਾ ਹੱਕ ਸਮਝਦੇ ਸਨ। ਆਮ ਲੋਕਾਂ ਦੇ ਮਨਾਂ ਵਿੱਚ ਉਹਨਾਂ ਬਾਰੇ ਜੋ ਚਰਿੱਤਰ ਸੀ ਉਹ ਇਸ ਅਖੌਤ ਵਿੱਚ ਜ਼ਾਹਿਰ ਹੁੰਦਾ ਹੈ, ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੋਮਨ ਕਾ ਪੀਰ। ਭਾਵੇਂ ਗੁਰੂ ਨਾਨਕ ਜੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੇ ਹੀ ਉਹਨਾਂ ਦੇ ਸਿਧਾਂਤ ਨੂੰ ਵੱਖਰੀ ਹੋਂਦ ਦਿੱਤੀ ਸੀ, ਪਰ ਉਹਨਾਂ ਦੇ ਸਿਧਾਂਤ ਨੂੰ ਡੂੰਘੇ ਤੇ ਸਦੀਵੀ ਤੌਰ ਤੇ ਨਿਖੇੜਨ ਦਾ ਅਸਲੀ ਕਾਰਨ ਉਹਨਾਂ ਦੇ ਉਹ ਉਪਦੇਸ਼ ਸਨ ਜਿਨ੍ਹਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਕਈ ਪਰਪੱਕ ਯਕੀਨਾਂ ਨੂੰ ਚੈਲੰਜ ਕੀਤਾ। ਗੁਰੂ ਸਾਹਿਬ ਨੇ ਕਿਸੇ ਸੰਤ ਜਾਂ ਧਾਰਮਿਕ ਗ੍ਰੰਥ ਦੀ ਵਾਹਿਦ ਨੂੰ ਰੱਦ ਕੀਤਾ। ਸਿੱਖ ਗੁਰੂਆਂ ਨੇ ਰੱਬ ਤੋਂ ਸਿਵਾਏ ਕਿਸੇ ਵੀ ਦੂਜੀ ਸੱਤਾ ਨੂੰ ਕਬੂਲ ਨਹੀਂ ਕੀਤਾ। ਬੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਜਿਤਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਬਿਸ਼ਨ ਮਹੇਸ਼।
ਧਾਰਮਿਕ ਗ੍ਰੰਥਾਂ ਬਾਰੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮਾਂਦਲ ਬੇਦ ਸੀ ਬਾਜਣੋ ਘਣੋ ਧੜੀਐ ਜੋਏ, ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਈ। ਦਬਿਸਤਾਨ ਦੇ ਹਵਾਲੇ ਤੋਂ ਇਹ ਸਬੂਤ ਮਿਲਦਾ ਹੈ ਕਿ ਸਿੱਖ ਹਿੰਦੂਆਂ ਦੇ ਮੰਤਰ ਨਹੀਂ ਪੜ੍ਹਦੇ, ਨਾ ਹੀ ਉਹਨਾਂ ਦੇ ਮੰਦਰਾਂ ਦੇ ਬੁੱਤਾਂ ਦੀ ਪੂਜਾ ਕਰਦੇ ਹਨ ਤੇ ਨਾ ਹੀ ਅਵਤਾਰਾਂ ਦਾ ਸਤਿਕਾਰ ਕਰਦੇ ਹਨ। ਉਹ ਸੰਸਕ੍ਰਿਤ ਭਾਸ਼ਾ ਦਾ ਸਤਿਕਾਰ ਵੀ ਨਹੀਂ ਕਰਦੇ, ਜਿਸ ਨੂੰ ਹਿੰਦੂ ਦੇਵਤਿਆਂ ਦੀ ਭਾਸ਼ਾ ਕਹਿੰਦੇ ਹਨ। ਇਹ ਪਿੱਛੇ ਵੇਖਿਆ ਜਾ ਚੁੱਕਾ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਪਾੜਾ ਪਾਉਣ ਵਾਲਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਇਹ ਯਕੀਨ ਸੀ ਕਿ ਕੇਵਲ ਉਹਨਾਂ ਦੇ ਆਪਣੇ ਆਪਣੇ ਧਾਰਮਿਕ ਸਰੋਤਾਂ ਨੂੰ ਹੀ ਮੰਨਿਆ ਜਾਏ, ਦੂਸਰੇ ਕਿਸੇ ਨੂੰ ਨਾ। ਸਿੱਖ ਗੁਰੂਆਂ ਦੇ ਉਪਦੇਸ਼ ਨੇ ਉਹਨਾਂ ਬੁਨਿਆਦਾਂ ਤੇ ਚੋਟ ਮਾਰੀ ਜਿਨ੍ਹਾਂ ਉੱਤੇ ਉਸ ਵੇਲੇ ਦੀ ਧਾਰਮਿਕ ਤੰਗ ਨਜ਼ਰੀ ਟਿਕੀ ਹੋਈ ਸੀ। ਉਹਨਾਂ ਕਿਸੇ ਧਾਰਮਿਕ ਗੁਰੂ, ਪੈਗੰਬਰ ਜਾਂ ਗ੍ਰੰਥ ਦੀ ਵਾਹਦ ਠੇਕੇਦਾਰੀ ਨੂੰ ਨਾ ਮੰਨਿਆ। ਜਾਤ-ਪਾਤੀ ਵਿਚਾਰਧਾਰਾ ਤੇ ਜਾਤ-ਪਾਤੀ ਸਮਾਜ ਨਾਲੋਂ ਗੁਰੂਆਂ ਦੇ ਸੰਦੇਸ਼ ਦੇ ਨਿਖੇੜੇ ਦੇ ਆਧਾਰ ਹੋਰ ਵੀ ਡੂੰਘੇ ਸਨ। ਜਾਤ-ਪਾਤੀ ਵਿਚਾਰਧਾਰਾ ਬੁਨਿਆਦੀ ਤੌਰ ਉੱਤੇ ਮਾਨਵਵਾਦ ਦੇ ਖਿਲਾਫ ਸੀ। ਜਾਤ-ਪਾਤੀ ਦਾ ਨਜ਼ਰੀਆ ਬਹੁਤ ਜ਼ਿਆਦਾ ਮਹਿਦੂਦ ਸੀ। ਜਿਹੜਾ ਇਸ ਸਮਾਜ ਵਿੱਚ ਜਨਮ ਲਵੇ ਕੇਵਲ ਉਹ ਹੀ ਇਸ ਦਾ ਮੈਂਬਰ ਬਣ ਸਕਦਾ ਸੀ। ਜਿਸ ਇਲਾਕੇ ਵਿੱਚ ਵਰਨ ਆਸ਼ਰਮ ਧਰਮ ਕਾਇਮ ਨਹੀਂ ਸੀ ਉਸ ਨੂੰ ਅਸ਼ੁੱਧ ਮੰਨਿਆ ਜਾਂਦਾ ਸੀ। ਆਰੀਆਵਰਤ ਦੀ ਸ਼ੁੱਧ ਭੂਮੀ ਦੀਆਂ ਹੱਦਾਂ ਇੱਕ ਸਮੇਂ ਉੱਤਰ ਵਿੱਚ ਸਿੰਧ ਨਦੀ ਤੋਂ ਲੈ ਕੇ ਦੱਖਣ ਵਿੱਚ ਕਰਮਵਤੀ ਨਦੀ ਤੱਕ ਸਨ। ਸਿੱਖ ਗੁਰੂਆਂ ਨੇ ਜਾਤ-ਪਾਤੀ ਸਮਾਜ ਦੇ ਸਾਰੇ ਬੁਨਿਆਦੀ ਵਿਸ਼ਵਾਸਾਂ ਦਾ ਖੰਡਨ ਕੀਤਾ। ਵੇਦਾਂ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਪ੍ਰਮਾਣ ਨੂੰ ਮੰਨਣ ਤੋਂ ਇਨਕਾਰ ਕੀਤਾ। ਅਵਤਾਰਵਾਦ ਦੇ ਸਿਧਾਂਤ ਦਾ ਖੰਡਨ ਕੀਤਾ ਤੇ ਹਿੰਦੂ ਮਤ ਦੇ ਸਾਰੇ ਦੇਵੀ ਦੇਵਤਿਆਂ ਨੂੰ ਨਹੀਂ ਅਪਣਾਇਆ। ਬੁੱਤ ਪੂਜਾ, ਕਰਮਕਾਂਡ ਤੇ ਰੀਤਾਂ ਰਸਮਾਂ ਦੀ ਨਿਖੇਧੀ ਕੀਤੀ। ਇਸ ਤਰ੍ਹਾਂ ਸਿੱਖ ਗੁਰੂਆਂ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਹੀ ਦੂਜਿਆਂ ਨਾਲੋਂ ਨਿਖੇੜਦੀ ਸੀ। ਇਸ ਦੀ ਸਾਂਝੀਵਾਲਤਾ ਤੇ ਮਾਨਵਤਾਵਾਦ ਨਾ ਹੀ ਮੁਸਲਮਾਨਾਂ ਦੇ ਉਸ ਸਿਧਾਂਤ ਨਾਲ ਮੇਲ ਖਾਂਦੀ ਸੀ ਜਿਸ ਦੁਆਰਾ ਉਹ ਆਪਣੇ ਪੈਗੰਬਰ ਤੇ ਕੁਰਾਨ ਸ਼ਰੀਫ ਪ੍ਰਤੀ ਵਾਹਦ ਵਫਾਦਾਰੀ ਮੰਗਦੇ ਸਨ, ਤੇ ਨਾ ਹੀ ਜਾਤ-ਪਾਤੀ ਤੇ ਤੰਗ ਨਜ਼ਰ ਸਨਾਤਨੀ ਸਮਾਜ ਨਾਲ ਇਸ ਦਾ ਕੋਈ ਮੇਲ ਸੀ। ਦੂਜਾ, ਵੱਖਰੀ ਹੋਂਦ। ਨਿਰਾ ਵਿਚਾਰਧਾਰਕ ਨਿਖੇੜ ਹੀ ਕਾਫੀ ਨਹੀਂ ਸੀ। ਮਾਨਵਵਾਦ ਦੇ ਰਾਹ ਵਿੱਚ ਸਭ ਤੋਂ ਵੱਡੀ ਸਮਾਜੀ ਔਕੜ ਨਾ ਬਰਾਬਰੀ ਦੀ ਬੁਨਿਆਦ ਤੇ ਉਸਰਿਆ ਜਾਤ-ਪਾਤੀ ਢਾਂਚਾ ਸੀ। ਇਸ ਨੂੰ ਅੰਦਰੋਂ ਨਹੀਂ ਸੀ ਸੁਧਾਰਿਆ ਜਾ ਸਕਦਾ ਕਿਉਂਕਿ ਇਸ ਦੀ ਬਣਤਰ ਦਾ ਹਰ ਇੱਕ ਪੁਰਜ਼ਾ ਤੇ ਇਸ ਦੀ ਕਾਰਕਰਦਗੀ ਦਾ ਹਰ ਇੱਕ ਕਦਮ ਨਾ ਬਰਾਬਰੀ ਤੇ ਦਰਜਾ ਬਦਰਜੀ ਨਾਲ ਵਿੰਨੇ ਹੋਏ ਸਨ। ਜਾਤ-ਪਾਤ ਵਿਰੋਧੀ ਲਹਿਰਾਂ ਤਾਂ ਹੀ ਜ਼ਿੰਦਾ ਰਹਿ ਸਕਦੀਆਂ ਸਨ ਜੇ ਜਾਤ-ਪਾਤੀ ਸਮਾਜ ਤੋਂ ਬਾਹਰ ਪੈਂਤੜਾ ਬਣਾਉਣ। ਬੁੱਧ ਮੱਤ ਨੇ ਜਾਤ-ਪਾਤ ਤੋਂ ਬਾਹਰ ਮੱਠਾਂ ਵਿੱਚ ਰਹਿਣ ਵਾਲੀ ਇੱਕ ਸੁਸਾਇਟੀ ਬਣਾਈ, ਪਰ ਬੁੱਧ ਮੱਤ ਨਾਲ ਸੰਬੰਧ ਰੱਖਣ ਵਾਲੀ ਆਮ ਜਨਤਾ ਨੂੰ ਜਾਤ-ਪਾਤੀ ਦੇ ਘੇਰੇ ਵਿੱਚ ਹੀ ਰਹਿਣ ਦਿੱਤਾ। ਨਤੀਜਾ ਇਹ ਹੋਇਆ ਕਿ ਜਦੋਂ ਬ੍ਰਾਹਮਣਵਾਦ ਦੇ ਆਪਣੇ ਪੈਰ ਮੁੜ ਕੇ ਜਮਾਣੇ ਸ਼ੁਰੂ ਕੀਤੇ ਤਾਂ ਆਮ ਬੋਧੀ ਜਨਤਾ ਪਹਿਲੇ ਹੀ ਜਾਤ-ਪਾਤ ਦੀ ਦਲਦਲ ਵਿੱਚ ਧੱਸ ਗਈ ਤੇ ਕੇਵਲ ਮੱਠਾਂ ਵਿੱਚ ਰਹਿਣ ਵਾਲੇ ਭਿਕਸ਼ੂ ਬਚੇ। ਕਬੀਰ ਸਾਹਿਬ ਨੇ ਬਾਸਵਾ ਨਾਲੋਂ ਵਧੇਰੇ ਖੁੱਲ੍ਹ ਕੇ ਜਾਤ-ਪਾਤ ਦਾ ਵਿਰੋਧ ਕੀਤਾ, ਪਰ ਕਬੀਰ ਪੰਥੀਆਂ ਨਾਲੋਂ ਲਿੰਗਾਇਤ ਪੰਥੀਆਂ ਬਾਸਵਾ ਦੇ ਪੈਰੋਕਾਰਾਂ ਨੇ ਆਪਣੀ ਵੱਖਰੀ ਹੋਂਦ ਵਧੇਰੇ ਕਾਇਮ ਕੀਤੀ ਕਿਉਂਕਿ ਉਹਨਾਂ ਦੀ ਵਰਤੋਂ ਅਰਥਾਤ ਵਿਧਵਾ ਵਿਆਹ, ਮੁਰਦਿਆਂ ਨੂੰ ਦਬਾਉਣਾ ਤੇ ਸਾਰੀਆਂ ਜਾਤਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਾ ਜਾਤ-ਪਾਤ ਦੇ ਆਮ ਵਿਹਾਰ ਨਾਲੋਂ ਬਹੁਤ ਜ਼ਿਆਦਾ ਬੁਨਿਆਦੀ ਵਖਰੇਵਾਂ ਰੱਖਦੇ ਸਨ। ਬਾਅਦ ਵਿੱਚ ਭਾਵੇਂ ਲਿੰਗਾਇਤ ਪੰਥੀਆਂ ਨੇ ਹਿੰਦੂਆਂ ਨਾਲੋਂ ਨਿਖੇੜਨ ਵਾਲੇ ਆਪਣੇ ਤਿੱਖੇ ਕਦਮਾਂ ਨੂੰ ਨਰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਇਸ ਦੇ ਬਾਵਜੂਦ ਵੀ ਉਹ ਸਨਾਤਨੀ ਸਮਾਜ ਦਾ ਘੁਲਿਆ ਮਿਲਿਆ ਅੰਗ ਨਹੀਂ ਬਣ ਸਕੇ। ਉਹ ਹਿੰਦੂ ਸਮਾਜ ਨਾਲ ਇੱਕ ਵੱਖਰਾ ਲਟਕਦਾ ਹੋਇਆ ਅੰਗ ਬਣੇ ਰਹੇ ਕਿਉਂਕਿ ਨਰਮ ਕੀਤਾ ਹੋਇਆ ਲਿੰਗਾਇਤਵਾਦ ਵੀ ਜਾਤ-ਪਾਤ ਨਾਲ ਪੂਰੀ ਤਰ੍ਹਾਂ ਇਕਸੁਰ ਨਹੀਂ ਸੀ। ਮਹਾਰਾਸ਼ਟਰ ਦੇ ਭਗਤਾਂ ਨਾਲੋਂ ਚੈਤਨਯ ਭਗਤ ਜ਼ਿਆਦਾ ਅਗਾਂਹ ਵਧੂ ਸੀ। ਚੈਤਨਯ ਦੇ ਪੈਰੋਕਾਰਾਂ ਵਿੱਚ ਹਿੰਦੂ ਤੇ ਮੁਸਲਮਾਨ ਦੋਵੇਂ ਸਨ। ਚੈਤਨਯ ਪੰਥ ਦੇ ਇੱਕ ਕਰਤੱਵਯ ਨਾਮੀ ਫਿਰਕੇ ਵਿੱਚ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਵਿਚਕਾਰ ਕੋਈ ਭੇਦ ਨਹੀਂ ਸੀ। ਮੁਸਲਮਾਨ ਕਈ ਵਾਰੀ ਇਸ ਫਿਰਕੇ ਦੇ ਗੁਰੂ ਬਣੇ ਸਨ। ਫਿਰਕੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਲੋਕ ਸਾਲ ਵਿੱਚ 1 ਜਾਂ 2 ਵਾਰੀ ਇਕੱਠੇ ਭੋਜਨ ਕਰਦੇ ਸਨ, ਪਰ ਚੈਤਨਯ ਦੇ ਪੈਰੋਕਾਰਾਂ ਦਾ ਵੱਡਾ ਹਿੱਸਾ ਜਾਤ-ਪਾਤੀ ਸਮਾਜ ਵਿੱਚ ਮੁੜ ਕੇ ਜਾ ਰਲਿਆ ਤੇ ਲਿੰਗਾਇਤ ਪੰਥੀਆਂ ਵਾਂਗੂ ਇਸ ਦਾ
ਕਰਤਬਈ ਫਿਰਕਾ ਵੀ ਜਾਤ ਪਾਤੀ ਸਮਾਜ ਨਾਲੋਂ ਆਪਣੀ ਵੱਖਰੀ ਹੋਂਦ ਦਾ ਦਾਅਵਾ ਨਹੀਂ ਕਰਦਾ। ਕਬੀਰ ਸਾਹਿਬ ਦਾ ਸਿਧਾਂਤ ਸਿਰਫ ਇੱਕ ਵੱਖਰਾ ਮਤ ਬਣਨ ਦੇ ਪੱਧਰ ਉੱਤੇ ਜਾ ਕੇ ਰੁਕ ਗਿਆ, ਭਾਵੇਂ ਉਹ ਜਾਤ ਪਾਤ ਦਾ ਖੰਡਨ ਕਰਨ ਵਾਲਿਆਂ ਵਿੱਚੋਂ ਸਭ ਤੋਂ ਸਿਰ ਕੱਢ ਸਨ। ਕਬੀਰ ਪੰਥ ਵਿੱਚ ਉਹੀ ਲੋਕ ਸ਼ਾਮਲ ਹੋਏ ਜਿਨ੍ਹਾਂ ਨੂੰ ਜਾਂ ਕਬੀਰ ਸਾਹਿਬ ਦੇ ਧਾਰਮਿਕ ਵਿਚਾਰਾਂ ਨੇ ਖਿੱਚਿਆ ਜਾਂ ਹੋਰ ਖਿਆਲ ਨਾਲ ਕਬੀਰ ਪੰਥ ਵਿੱਚ ਜੁਲਾਹਿਆਂ ਦੀ ਵੱਡੀ ਗਿਣਤੀ ਹੋਈ, ਕਿਉਂਕਿ ਕਬੀਰ ਸਾਹਿਬ ਆਪ ਜੁਲਾਹੇ ਸਨ। ਇਹਨਾਂ ਮਿਸਾਲਾਂ ਤੋਂ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਕਬੀਰ ਸਾਹਿਬ ਅਤੇ ਦੂਜੇ ਭਗਤਾਂ ਵੱਲੋਂ ਚਲਾਈਆਂ ਜਾਤ ਪਾਤ ਵਿਰੋਧੀ ਲਹਿਰਾਂ ਦੀ ਸਮਾਜੀ ਤੌਰ ਤੇ ਕੋਈ ਪ੍ਰਾਪਤੀ ਨਹੀਂ ਸੀ। ਉਹ ਜੰਮਦੀਆਂ ਹੀ ਮਰ ਗਈਆਂ, ਕਿਉਂਕਿ ਉਹ ਜਾਤ ਪਾਤੀ ਵਿਚਾਰਧਾਰਾ ਤੇ ਸਮਾਜ ਤੋਂ ਸਿਰਫ ਵਿਚਾਰਧਾਰਾ ਦੇ ਪੱਧਰ ਉੱਤੇ ਵੱਖਰੇ ਹੋਏ। ਲਿੰਗਾਇਤ ਅਤੇ ਚੈਤਨਯ ਦੇ ਪੈਰੋਕਾਰਾਂ ਵਰਗਿਆਂ ਨੇ ਆਪਣੇ ਗੁਰੂਆਂ ਦੇ ਅਸਰ ਥੱਲੇ ਕੁਝ ਖਾਸ ਜਾਤ ਪਾਤੀ ਵਿਰੋਧੀ ਵਿਹਾਰ ਤਾਂ ਅਪਣਾ ਲਿਆ, ਪਰ ਜਾਤ ਪਾਤੀ ਸਮਾਜ ਤੋਂ ਪੂਰਾ ਤੋੜ ਵਿਛੋੜਾ ਨਹੀਂ ਕੀਤਾ। ਨਾ ਹੀ ਉਹਨਾਂ ਜਾਤ ਪਾਤ ਵਿਰੋਧੀ ਆਪਣੇ ਨਿਸ਼ਾਨੇ ਤੇ ਪਹੁੰਚਣ ਲਈ ਲਗਾਤਾਰ ਕੰਮ ਕੀਤਾ। ਸਿੱਟਾ ਇਹ ਨਿਕਲਿਆ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਜਾਤ ਪਾਤੀ ਪ੍ਰਬੰਧ ਨਾਲ ਜੁੜੇ ਰਹੇ। ਬੋਧੀ ਭਿਕਸ਼ੂਆਂ ਨੂੰ ਜਾਤ ਪਾਤ ਇਸ ਕਰਕੇ ਨਹੀਂ ਨਿਗਲ ਸਕੀ ਕਿਉਂਕਿ ਬੁੱਧ ਮਤ ਨੇ ਜਾਤ ਪਾਤੀ ਸਮਾਜ ਨਾਲੋਂ ਵਿਚਾਰਧਾਰਕ ਤੇ ਜਥੇਬੰਦਕ ਦੋਵੇਂ ਤਰ੍ਹਾਂ ਤੋੜ ਵਿਛੋੜਾ ਕਰ ਲਿਆ ਸੀ। ਇਸ ਤਰ੍ਹਾਂ ਮੱਧ ਯੁੱਗ ਵਿੱਚ ਕਿਸੇ ਵੀ ਜਾਤ ਪਾਤ ਵਿਰੋਧੀ ਲਹਿਰ ਨੂੰ ਉਸ ਹੱਦ ਤੱਕ ਸਫਲਤਾ ਮਿਲੀ ਜਿਸ ਹੱਦ ਤੱਕ ਇਸਨੇ ਆਪਣੇ ਆਪ ਨੂੰ ਵਿਚਾਰਧਾਰਕ ਤੇ ਜਥੇਬੰਦਕ ਦੋਹਾਂ ਪੱਧਰਾਂ ਤੇ ਜਾਤ ਪਾਤੀ ਸਮਾਜ ਨਾਲੋਂ ਅਲੱਹਦਾ ਹੋ ਕੇ ਆਪਣੀ ਅੱਡਰੀ ਹੋਂਦ ਕਾਇਮ ਕੀਤੀ ਅਤੇ ਆਪਣੀ ਅੱਡਰੀ ਹੋਂਦ ਕਾਇਮ ਕਰਨ ਵਾਸਤੇ ਮੁੱਢਲੀ ਸ਼ਰਤ ਇਹ ਸੀ ਕਿ ਅੱਡਰਾ ਹੋਣ ਦਾ ਨਿਸ਼ਾਨਾ ਸਪਸ਼ਟ ਤੌਰ ਉੱਤੇ ਆਪਣੇ ਸਾਹਮਣੇ ਰੱਖਿਆ ਜਾਏ ਅਤੇ ਇਸ ਦੀ ਪ੍ਰਾਪਤੀ ਲਈ ਦ੍ਰਿੜ ਇਰਾਦੇ ਨਾਲ ਨਿਰੰਤਰ ਯਤਨ ਕੀਤਾ ਜਾਏ। ਸਿੱਖ ਪੰਥ ਤੇ ਸਿੱਖ ਲਹਿਰ ਦੀ ਵੱਖਰੀ ਹੋਂਦ ਇਤਿਹਾਸ ਦੀ ਇੱਕ ਐਸੀ ਸੱਚਾਈ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵੱਖਰੀ ਹੋਂਦ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਗੁਰੂਆਂ ਨੇ ਆਪਣੀ ਸੰਦੇਸ਼ ਨੂੰ ਵੱਖਰੀ ਤੇ ਜਥੇਬੰਦਕ ਸ਼ਕਲ ਦੇਣ ਦਾ ਨਿਸ਼ਚਿਤ ਨਿਸ਼ਾਨਾ ਰੱਖਿਆ ਹੋਇਆ ਸੀ। ਨਹੀਂ ਤਾਂ ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਕਿ ਸਿੱਖ ਲਹਿਰ ਦਾ ਹਸ਼ਰ ਵੀ ਲਿੰਗਾਇਤ, ਕਬੀਰ ਤੇ ਚੈਤਨਯ ਦੇ ਪੈਰੋਕਾਰਾਂ ਵਰਗਾ ਕਿਉਂ ਨਹੀਂ ਹੋਇਆ। ਸਿੱਖ ਗੁਰੂਆਂ ਨੇ ਇਸ ਗੁਰ ਨੂੰ ਸਮਝ ਲਿਆ ਸੀ ਜੋ ਕਬੀਰ ਜੀ ਆਦਿ ਦੂਸਰੇ ਭਗਤਾਂ ਨੇ ਨਹੀਂ ਸੀ ਸਮਝਿਆ ਕਿ ਜਾਤ ਪਾਤੀ ਪ੍ਰਬੰਧ ਨਾਲ ਲੜਨ ਵਾਸਤੇ ਇਸ ਤੋਂ ਬਾਹਰ ਇੱਕ ਸਮਾਜ ਬਣਾਉਣਾ ਤੇ ਲੋਕਾਂ ਨੂੰ ਜਥੇਬੰਦ ਕਰਨਾ ਅਤੀ ਜ਼ਰੂਰੀ ਹੈ। ਇਹ ਵੱਖਰਾ ਸਮਾਜ ਸਿੱਖ ਪੰਥ ਬਣਾਉਣ ਦਾ ਅਮਲ ਗੁਰੂ ਨਾਨਕ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਆਪਣਾ ਉਪਦੇਸ਼ਕ ਜੀਵਨ ਇਸ ਅਹਿਮ ਐਲਾਨ ਤੋਂ ਸ਼ੁਰੂ ਕੀਤਾ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ। ਇਹ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਭਾਈਚਾਰੇ ਦੀ ਏਕਤਾ ਨੂੰ ਸਪਸ਼ਟ ਕਰਨ ਲਈ ਕੀਤਾ। ਗੁਰੂ ਜੀ ਵਾਸਤੇ ਹਰ ਇਨਸਾਨ ਪਹਿਲਾ ਇਨਸਾਨ ਸੀ ਤੇ ਬਾਅਦ ਵਿੱਚ ਹਿੰਦੂ ਜਾਂ ਮੁਸਲਮਾਨ। ਜਨਮ ਸਾਖੀ ਵਿੱਚ ਇਹ ਸਾਖੀ ਇਸ ਤਰ੍ਹਾਂ ਦਰਜ ਹੈ। ਤਬ ਗੁਰੂ ਬਾਬੇ ਨਾਨਕ ਜੀ ਡੇਰਾ ਲੁਟਾਏ ਦੂਰ ਕੀਆ, ਬਾਬਾ ਨਾਨਕ ਜਾਏ ਫਕੀਰਾ ਸਾਥ ਬੈਠਾ। ਤਬ ਲੋਕ ਲਾਗਾ ਕਹਿਣੇ ਨਾਨਕ ਅੱਗੇ ਤੂੰ ਕਿਛ ਹੋਰ ਥਾਂ ਅਰਥਾਤ ਹਿੰਦੂ, ਅਬ ਤੂੰ ਹੋਰ ਹੋਆ। ਹੁਣ ਕਿਛ ਹੋਰ ਲਗਾ ਆਖਣੇ, ਇੱਕ ਹਿੰਦੂਆਂ ਦਾ ਰਾਹ ਹੈ ਇੱਕ ਮੁਸਲਮਾਨਾਂ ਦਾ ਰਾਹ ਹੈ, ਪਰ ਤੂੰ ਕਿਹੜੇ ਰਾਹੇ ਵਿੱਚ ਹੈ। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜੇ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਮੈਂ ਕਿਸ ਦੇ ਰਾਹੇ ਹੋਵਾਂ। ਖੁਦਾਏ ਨਾ ਹਿੰਦੂ ਨਾ ਮੁਸਲਮਾਨ ਹੈ, ਮੈਂ ਜਿਹਾ ਸੀ ਖੁਦਾਏ ਦੇ ਰਾਹੇ ਹਾਂ। ਗੁਰੂ ਨਾਨਕ ਸਾਹਿਬ ਦਾ ਜਵਾਬ ਉਹਨਾਂ ਵੱਲੋਂ ਹਿੰਦੂ ਧਰਮ ਨਾਲੋਂ ਕੀਤੇ ਪੂਰੇ ਤੋੜ ਵਿਛੋੜੇ ਦਾ ਸਪਸ਼ਟ ਸੰਕੇਤ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਬਿਨਾਂ ਭੁਲੇਖੇ ਦੀ ਗੁੰਜਾਇਸ਼ ਦੇ ਸਪਸ਼ਟ ਕਰ ਦਿੱਤਾ ਕਿ ਉਹ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਰੱਦ ਕਰਦੇ ਸਨ ਤੇ ਇਸ ਦੀ ਥਾਂ ਰੱਬ ਦੇ ਸੱਚੇ ਰਾਹ ਤੇ ਚੱਲਦੇ ਸਨ, ਕਿਉਂਕਿ ਰੱਬ ਨਾ ਹਿੰਦੂ ਹੈ ਨਾ ਮੁਸਲਮਾਨ। ਦੂਜੇ ਸ਼ਬਦਾਂ ਵਿੱਚ ਉਹ ਹਿੰਦੂ ਤੇ ਮੁਸਲਮਾਨ ਦੋਹਾਂ ਰਾਹਾਂ ਨੂੰ ਇਸ ਕਰਕੇ ਰੱਦ ਨਹੀਂ ਕਰਦੇ ਸਨ ਕਿ ਉਹਨਾਂ ਦੇ ਪੈਰੋਕਾਰਾਂ ਦੇ ਅਮਲਾਂ ਵਿੱਚ ਘਾਟਾਂ ਸਨ, ਸਗੋਂ ਇਸ ਕਰਕੇ ਰੱਦ ਕਰਦੇ ਸਨ ਕਿ ਰੱਬ ਨੂੰ ਕਿਸੇ ਫਿਰਕੇ ਵਿੱਚ ਨਹੀਂ ਵੰਡਿਆ ਜਾ ਸਕਦਾ। ਅਸੀਂ ਵੇਖ ਚੁੱਕੇ ਹਾਂ ਕਿ ਇਨਕਲਾਬੀ ਭਗਤ ਹਿੰਦੂ ਧਰਮ ਦੇ ਸੁਧਾਰਕ ਨਹੀਂ ਸਨ। ਜੇ ਬ੍ਰਾਹਮਣਵਾਦ ਵਿੱਚੋਂ ਉਹ ਸਭ ਕੁਝ ਕੱਢ ਦਿੱਤਾ ਜਾਵੇ ਜਿਸ ਦੀ ਇਨਕਲਾਬੀ ਭਗਤਾਂ ਨੇ ਨੁਕਤਾਚੀਨੀ ਕੀਤੀ ਸੀ
ਤਾਂ ਹਿੰਦੂ ਧਰਮ ਵਿੱਚ ਕੁਝ ਵੀ ਅਜਿਹਾ ਨਹੀਂ ਰਹਿ ਜਾਂਦਾ ਜਿਸ ਨੂੰ ਇਸ ਦੀ ਵਾਹਦ ਮਲਕੀਅਤ ਸਮਝਿਆ ਜਾ ਸਕੇ। ਗੁਰੂ ਨਾਨਕ ਸਾਹਿਬ ਦੇ ਮੱਤ ਬਾਰੇ ਇਹ ਗੱਲ ਹੋਰ ਵੀ ਜ਼ੋਰ ਨਾਲ ਲਾਗੂ ਹੁੰਦੀ ਹੈ ਕਿਉਂਕਿ ਉਹਨਾਂ ਨੇ ਬ੍ਰਾਹਮਣਵਾਦ ਤੇ ਇਸ ਦੇ ਧਾਰਮਿਕ ਗ੍ਰੰਥਾਂ, ਦੇਵੀ ਦੇਵਤਿਆਂ ਤੇ ਕਰਮਕਾਂਡਾਂ ਦੀ ਭਗਤਾਂ ਨਾਲੋਂ ਵਧੇਰੇ ਜ਼ੋਰ ਨਾਲ ਨਿਖੇਧੀ ਕੀਤੀ। ਜਨਮ ਸਾਖੀਆਂ ਤੋਂ ਵੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਕਿਸੇ ਵੀ ਇੱਕ ਫਿਰਕੇ ਨਾਲ ਸੰਬੰਧ ਨਹੀਂ ਸੀ। ਸਮੇਂ ਦੇ ਪ੍ਰਸੰਗ ਵਿੱਚ ਇਹ ਇੱਕ ਨਵਾਂ ਰਾਹ ਸੀ। ਪੰਥ ਚਲਾਵਣ ਕਉ ਸ੍ਰੀ ਪਾਰ ਬ੍ਰਹਮ ਜੀ ਵਿਦਾ ਕੀਆ ਬਾਬੇ ਨਾਨਕ ਨੂੰ। ਨਾ ਕੋਈ ਹਿੰਦੂ ਹੀ ਸਹੀ ਕਰੇ, ਨਾ ਕੋਈ ਮੁਸਲਮਾਨ ਸਹੀ ਕਰ ਸਕੇ। ਜਿਹੜੇ ਦੋ ਕਾਜ਼ੀ ਗੁਰੂ ਜੀ ਨੂੰ ਮਿਲਣ ਲਈ ਆਏ ਸਨ ਉਹ ਇਸ ਨਤੀਜੇ ਤੇ ਪਹੁੰਚੇ ਸਨ ਕਿ ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਪੀਰ ਹਨ। ਤੈਥੇ ਹਿੰਦੂ ਮੁਸਲਮਾਨ ਦੀ निशा होती है जी। तब हिंदू मुसलमान सबनों में यह बात चल पड़ी जी, इसका मार्ग कवन है ना, इसका जोगी का मार्ग। ना एस सन्यासियां का मार्ग, ना एस तप्पिया का मार्ग, ना एस काजियां का मार्ग, ना एस मौलानिया का मार्ग, ना एस हिंदुआं का मार्ग, ना मुसलमाना का मार्ग, ना यह वेद के राहे, ना कतेब के राहे पर होए। एक हिंदू खतरी ने दिल्ली दे सुल्तान कोल शिकायत की कि ना वह वेद नूं मानदा है, ना कतेब नूं मानदा है। गुरु नानक साहिब मुसलमान देशां विच अपने विचारां दा प्रचार करन लई गए। अजिहा करन तो पहलां उन्हां नूं सुचेत कीता गया कि वह उत्थे ना जाण क्योंकि उन्हां दे जीवन नूं खतरा होवेगा। जे वह निरा हिंदू सुधारक जां किसी हिंदू फिरके नाल संबंध रखते हुंदे तां उन्हां नूं इतने मुसलमान देशां विच जाण दी लोड़ नहीं सी, क्योंकि कोई भी हिंदू यह सोच भी नहीं सी सकदा कि मुसलमानां नूं हिंदू धर्म विच लिआंदा जाए। जन्म साखियां तो इलावा भाई गुरदास दीआं लिखतां तो भी गवाही मिलती है। शब्द जिती सिद्ध मंडली कि तोस अपना पंथ निराला, पुछन फोल किताब नो हिंदू वडा की मुसलमानोई। बाबे नानक ने जवाब दिता कि हिंदू ते मुसलमान करन बखीली आप विच राम रहीम एक कुथाए खलोई, मारिया सिक्का जगत विच नानक निर्मल पंथ चलाया। गुरु नानक साहिब ने अपनियां वखरियां विचारधारक लीहां ते सिख समाज बनाउण लई जथेबंदक कदम भी चुके। उन्हां ने देश विदेश विच दूर दूर तक धर्मशालावां बनवाईयां। ਇਹ ਧਰਮਸ਼ਾਲਾਵਾਂ ऐसे केंद्र सन जिथे उन्हां दे पैरोकार इकट्ठे हुंदे सन ते उन्हां दी विचारधारा मुताबक संकल्पे धर्म नूं चलाउंदे सन अते होर लोकां तक उन्हां दा संदेश फैलाउंदे सन। इस मिशन नूं अगे वधाउण दे मनोरथ नाल उन्हां ने 94 बंदियां नूं नियत कीता, मंजियां थापीआं। गुरु नानक देव जी दे जीवन विच ही उन्हां दे पैरोकारां नूं नानक पंथी कहा जाण लग पिया। नानक पंथी एक दूजे नूं मिलण वेले सत करतार बुलाउंदे, जो राम राम ते असला मालिकम नालों वखरा सी। अपने मिशन नूं जथेबंदी दी शक्ल देण लई गुरु नानक साहिब ने सब तो वड्डा कदम यह चुक्या कि अपनी थां गुरु नियत करन लई उन्हां ने करड़ी परीक्षा लैके योग अधिकारी चुनिया जो उन्हां दे मिशन नूं सही सेध विच चलावे। जिस व्यक्ति नूं चुनिया उसका नां अंगद रखिया, अर्थात गुरु नानक दा अपना ही एक अंग। गुरु ग्रंथ साहिब विच यह हवाला मिलता है कि गुरु नानक साहिब ते उन्हां दे जानशीन विच फर्क सिर्फ शरीरां दा ही सी। उन्हां सारियां विच इक्को ही जोत सी, अर्थात उन्हां सबना दा मिशन इक्को सी। जोत ओहा जुगत साए सहकाया फेर पलटीए। भाई गुरदास जी भी लिखते हैं, थापिया लैना जीव दे गुरियाई, सिर छतर फिराया, ज्योति जोत मिलाए कै सतगुरु नानक रूप वटाया। गुरु नानक साहिब ने गुरु अंगद जी नूं सिर्फ समाधि विच लगे रहन तो होड़ के पंथ नूं जथेबंद करन वास्ते समा लाउण दा हुक्म दिता। हे महापुरख काहे तपतरा, अब मिर्जाद पंथ की करो, यह आज्ञा मेरी मन धरो। यही हुक्म गुरु अंगद जी ने गुरु अमरदास जी नूं दिता। जो गुरु बाबे जी हम सो कही, वही बचन तुम सो अब भाखो, तर गुरमुख पंथ नीव सच राखो। एहो मिशन पिछों होए गुरुआं ने जारी रखिया।
इस गवाही की बहुत अहमियत है क्योंकि यह बिल्कुल ही एक नवी परंपरा नूं प्रगट करती है। यह नवी परंपरा सिर्फ सिख गुरु ही जारी कर सकते सन क्योंकि भारत की धार्मिक परंपरा विच समाजिक मनोरथां नूं रूहानी आनंद तो किते भी तरजीह नहीं दिती गई। गुरु नानक साहिब ने धर्मशाला, संगत, लंगर ते मंजियां दीयां संस्थावां चलाईयां। अगले गुरुआं ने इन्हां संस्थावां नूं मजबूत कीता ते वधाया। गुरु अमरदास जी ने मंजियां दी संस्था नूं नेमबद्ध कीता ते मिशन नूं प्रचारण वास्ते 22 केंद्र बनाए। उच्ची धार्मिक पदवी वाले बंदियां नूं इन्हां केंद्रां मंजियां ते लाया गया। किसी इलाके विच गुरु जी दे पैरोकारां दे ओह इंचार्ज हुंदे सन। ओह उन्हां दीयां धार्मिक ते संसारक लोड़ां वल ध्यान दिंदे सन। ओह गुरु अते संगत नूं जोड़न वाली लड़ी सन। गुरु दा हुक्म संगत तक पहुँचाउंदे सन ते संगत दी अरदास गुरु पास। ओह चढ़ावा इकट्ठा करके केंद्री खजाने विच भेजदे सन जिथे गुरु उसनूं मिशन दे वास्ते वरतदे सन। गुरु अर्जन जी ने इन्हां चढ़ावियां नूं नेमबद्ध कीता। उन्हां ने सांझे मिशन दे अर्थ हर एक सिख लई दसवंध अपनी आमदन दा 10वां हिस्सा देना निश्चित कीता। गुरु नानक साहिब ने अपनियां प्रचार उदासियां पूरी करन तो बाद करतारपुर डेरा लाया। यह थां केंद्री धर्मशाला बन गया जिथे उन्हां दे पैरोकार उन्हां दे दर्शन करन लई इकट्ठे हुंदे। गुरु अमरदास जी ने अपने मिशन का केंद्र गोइंदवाल नूं बनाया। उन्हां ने ऐसे 2 समागम अस्थान निश्चित किए जिथे पंथ दे आम इकट्ठ वास्ते दूरों नेड़ियों सिख इकट्ठे हुंदे सन। गुरु रामदास जी ते गुरु अर्जन देव जी ने अमृतसर ते तरन तारण दे केंद्र बनाए। समा पैण ते अमृतसर सिखां लई उसे तरह का एक वड्डा केंद्र बन गया जिवें मुसलमानां लई मक्का है। गुरु नानक साहिब वल्लों चलाईयां गईयां संस्थावां नूं मजबूत करन तो इलावा गुरु अंगद जी ने गुरमुखी लिपि प्रचलित की। गुरु अर्जन देव जी ने गुरु ग्रंथ साहिब रचिया। इन्हां दोहां कदमां नाल सिखां दी वखरी होंद कायम करन विच वड्डा वाधा होया। वखरी जथेबंदी, वखरे धार्मिक केंद्र, वखरी लिपि ते अपने वखरे धार्मिक ग्रंथ सदका सिख पंथ एक बिल्कुल अडरा धर्म ते समाज बन गया। गुरुआं वल्लों वरते गए जथेबंदक तरीकिਆਂ ਦੇ ਵੇਰਵੇ देण ਦਾ साडा मनोरथ नहीं, पर इत्थे इतना इशारा कर देना ही काफ़ी है कि सिख लहर ਦੇ फौजी रूप धारण करन नाल सिख पंथ ਦੀ अलहदा होंद ਦਾ पक्का पैंतड़ा ਵੱਜ गया। इस बारे असीं बाद विच विचार करांगे, पर फौजी रूप धारण तो पहलां ही इस लहर ने सिख पंथ के रूप विच अपनी पक्की ते जथेबंदक अडरी होंद कायम कर लई सी। तीजा, अडरी होंद अते सर्व व्यापकता। जद सिख गुरुआं ने दूजे धर्मां दे वाहिद अधिकारां दे दावियां दा खंडन कीता तां उन्हां ने अपने मत बारे भी अजिहा कोई दावा नहीं किया। गुरु नानक साहिब अपने आप नूं नीचा अंदर नीच कहंदे हन। गुरु रामदास जी ने अपने एक शब्द विच लिखिया है, जेती सृष्ट करी जगदीसर ते सब ऊच हम नीच बिख्यास। गुरु गोबिंद सिंह साहिब अपने आप नूं मैं हूं परम पुरख को दासा दसते हैं। दसां विचों सतगुरु साहिबान दी बाणी गुरु ग्रंथ साहिब विच दर्ज है। अपनी बाणी विच किते भी उन्होंने अपने धर्म के वाहिद अधिकार का दावा नहीं किया। गुरु गोबिंद सिंह साहिब ने मनुखता की सेवा करने वास्ते एक अडरी जथेबंदी की शक्ल विच खालसा साजिया, पर गुरु गोबिंद सिंह जी ने ही स्पष्ट किया है कि मानस की जात सबे एके पहचान बो, देहरा ओ मसीत सोई पूजा ओ निवाज होई। सिख गुरुआं ने विचारधारा नूं विचारधारक आगू की शख्सियत तो निखेड़ा दिता। धर्म नूं तंग नज़री का शिकार होने तो बचाउण लई यह एक सब तो वड्डा कदम सी। गुरु जां पैगंबर जां पीर की शख्सियत तो सदीवी कायम रहन वाली स्पिरिट, सिद्धांत, मिशन जां असूल नूं उच्चा दर्जा दिता। गुरु अंगद जी नूं गद्दी सौंपण वेले गुरु नानक जी ने उन्हां दे चरनां उत्ते मत्था टेकिया। इत्थे अहम गल यह है कि गुरु नानक जी ने भाई लैणे जदों वो अजे सर्ब कला संपूर्ण नहीं सी होए नूं मत्था नहीं टेकिया सी, बल्कि गुरु अंगद जी नूं मत्था टेकिया जदों वो मिशन दे मुखी बन चुके सन अते ओह मिशन दी नुमाइंदगी करदे सन।
ਜਿਉਂ ਹੀ ਚੇਲੇ ਅਤੇ ਗੁਰੂ ਵਿੱਚ ਇੱਕੋ ਜੋਤ ਬਣ ਗਈ ਤਾਂ ਦੋਹਾਂ ਵਿੱਚ ਭੇਦ ਖਤਮ ਹੋ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਸੱਤੇ ਬਲਵੰਡ ਦੀ ਬਾਣੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਏ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ। ਜਦੋਂ ਸਪਿਰਿਟ ਸੰਪੂਰਨ ਤੌਰ ਉੱਤੇ ਇੱਕ ਹੋ ਜਾਵੇ ਉਦੋਂ ਸਿਰਫ ਗੁਰੂਆਂ ਵਿੱਚ ਹੀ ਆਪਸੀ ਫਰਕ ਨਹੀਂ ਮਿਟਦਾ, ਸਗੋਂ ਗੁਰੂਆਂ ਤੇ ਸਿੱਖਾਂ ਵਿੱਚ ਵੀ ਭੇਦ ਖਤਮ ਹੋ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬੁੱਢਾ ਜੀ ਦੇ ਚਰਨ ਸਤਿਕਾਰ ਵਜੋਂ ਛੋਹੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਸੌਂਪਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਗੱਲਾਂ ਨੂੰ ਸਪਸ਼ਟ ਕੀਤਾ। ਪਹਿਲੀ ਇਹ ਕਿ ਗੁਰੂ ਦੀ ਸਪਿਰਿਟ ਦੇਹ ਨਾਲ ਜੁੜੀ ਹੋਈ ਨਹੀਂ, ਸਗੋਂ ਅਸੂਲ, ਮਿਸ਼ਨ ਜਾਂ ਸਿਧਾਂਤ ਨਾਲ ਜੁੜੀ ਹੋਈ ਹੈ। ਦੂਜੀ ਇਹ ਕਿ ਜੋ ਤੱਤ ਹੈ ਉਹ ਵਿਚਾਰਧਾਰਾ ਹੈ, ਨਾ ਕਿ ਇਸ ਦਾ ਸੋਮਾ ਹੈ। ਇਸ ਕਰਕੇ ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਿੱਖਾਂ ਲਈ ਗੁਰੂਆਂ ਦੀ ਗੁਰਬਾਣੀ ਜਿਤਨੀ ਹੀ ਪਵਿੱਤਰ ਹੈ। ਸਿੱਖ ਪਰੰਪਰਾ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਸਿੱਖ ਗੁਰੂਆਂ ਦੀ ਸਰਬ ਵਿਆਪਕ ਸਪਿਰਿਟ ਦਾ ਪਤਾ ਚੱਲਦਾ ਹੈ। ਅਤੇ ਹਿੰਦੂ ਕਹਤੇ ਹੈ ਮੁਸਲਮਾਨ ਮਨਸੂਖ ਹਨ ਔਰ ਮੁਸਲਮਾਨ ਆਖਦੇ ਹਨ ਹਿੰਦੂ ਮਨਸੂਖ ਹਨ। ਅਸਾਨੂੰ ਹੁਕਮ ਪਰਵਦਗਾਰ ਦਾ ਹੋਆ ਹੈ, ਜੋ ਚਾਰ ਕਿਤਾਬਾਂ ਉੱਪਰ ਅਮਲ ਕਰੋ। ਪੜੇ ਗੁੜੇ ਸਬਾਬ ਨਹੀਂ, ਅਮਲ ਕਰਨਾ ਹੀ ਸਬਾਬ ਹੈ। ਖਾਸ ਮਤਲਬ ਅਮਲ ਹੈ। ਗੁਰੂ ਅਮਰਦਾਸ ਜੀ ਨੇ ਇੱਕ ਪ੍ਰੇਮਾ ਨਾਮੀ ਆਦਮੀ ਨੂੰ ਇੱਕ ਮੁਸਲਮਾਨ ਸੰਤ ਪਾਸ ਰਾਜ਼ੀ ਹੋਣ ਲਈ ਭੇਜਿਆ ਤੇ ਇੱਕ ਅਲਿਆਰ ਨਾਮ ਦੇ ਮੁਸਲਮਾਨ ਨੂੰ, ਜੋ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਸੀ ਕਰਦਾ, ਨੂੰ ਆਪਣਾ ਪ੍ਰਚਾਰਕ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਫਰੀਦ ਅਤੇ ਭੀਖਨ ਦੋ ਮੁਸਲਮਾਨ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਕੇ ਉਹਨਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਦੇ ਬਰਾਬਰ ਦਰਜਾ ਦਿੱਤਾ। ਉਹਨਾਂ ਨੇ ਹਰਮੰਦਰ ਦੀ ਨੀਂਹ ਪ੍ਰਸਿੱਧ ਸੂਫੀ ਮੀਆਂ ਮੀਰ ਤੋਂ ਰਖਵਾਈ। ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲਾਂ ਦੇ ਖਿਲਾਫ ਸਭ ਤੋਂ ਪਹਿਲਾਂ ਬਗਾਵਤ ਕੀਤੀ ਤੇ 6 ਲੜਾਈਆਂ ਲੜੀਆਂ, ਪਰ ਉਹਨਾਂ ਨੇ ਜਦ ਹਰਗੋਬਿੰਦਪੁਰਾ ਨਾਮੀ ਨਵਾਂ ਨਗਰ ਵਸਾਇਆ ਤਾਂ ਉਸ ਵਿੱਚ ਆਪਣੇ ਖਰਚੇ ਉੱਤੇ ਮਸਜਿਦ ਬਣਵਾਈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਮੁਗਲ ਸਾਮਰਾਜ ਦੇ ਧਾਰਮਿਕ ਅਤੇ ਸਿਆਸੀ ਅਤਿਆਚਾਰਾਂ ਦੇ ਖਿਲਾਫ ਜੱਦੋ-ਜਹਿਦ ਕੀਤੀ, ਪਰ ਉਹਨਾਂ ਦੀ ਬਾਣੀ ਤੋਂ ਉਹਨਾਂ ਦੀ ਸਰਬ ਲੌਕਿਕ ਪਹੁੰਚ ਬਾਰੇ ਕੋਈ ਸ਼ੱਕ ਨਹੀਂ ਰਹਿੰਦਾ। ਜਿਸ ਦੇ ਮਨ ਵਿੱਚੋਂ ਸ਼ੱਕ ਨਿਕਲ ਜਾਂਦਾ ਹੈ ਉਸ ਵਾਸਤੇ ਹਿੰਦੂ ਜਾਂ ਮੁਸਲਮਾਨ ਵਿੱਚ ਫਰਕ ਨਹੀਂ। ਉਸ ਸਮੇਂ ਜਦੋਂ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਦੀ ਭਾਵਨਾ ਬਹੁਤ ਤੇਜ਼ ਸੀ, ਉਸ ਵੇਲੇ ਵੀ ਕਈ ਨੇਕ ਮੁਸਲਮਾਨਾਂ ਨੇ ਗੁਰੂ ਜੀ ਦੇ ਮਿਸ਼ਨ ਅਤੇ ਗੈਰ ਫਿਰਕੂ ਰੂਪ ਨੂੰ ਪਛਾਣਿਆ। ਪੀਰ ਬੁੱਧੂ ਸ਼ਾਹ ਇੱਕ ਪ੍ਰਸਿੱਧ ਮੁਸਲਮਾਨ ਪੀਰ ਸੀ। ਉਹ ਖੁਦ ਆਪ, ਉਸ ਦਾ ਭਰਾ, 4 ਪੁੱਤਰ ਅਤੇ 700 ਪੈਰੋਕਾਰ ਗੁਰੂ ਜੀ ਵਾਸਤੇ ਲੜੇ। ਲੜਾਈ ਦੇ ਦੌਰਾਨ ਉਹਨਾਂ ਦੇ 2 ਪੁੱਤਰ ਮਾਰੇ ਗਏ। ਪੀਰ ਜੀ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੱਖ ਪੂਰਨ ਕਾਰਨ ਉਸਮਾਨ ਖਾਨ ਨੇ ਤਸੀਹੇ ਦੇ ਕੇ ਮਾਰਿਆ। ਔਰੰਗਜ਼ੇਬ ਦਾ ਇੱਕ ਜਰਨੈਲ ਸੈਯਦ ਬੇਗ ਆਪਣੀ ਕਮਾਂਡ ਹੇਠ 5000 ਆਦਮੀ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜਨ ਲਈ ਆਇਆ, ਪਰ ਲੜਾਈ ਦੇ ਇੱਕ ਨਾਜ਼ੁਕ ਮੌਕੇ ਤੇ ਉਸਨੇ ਆਪਣਾ ਮਨ ਬਦਲ ਲਿਆ। ਉਹ ਸਿੱਖਾਂ ਨਾਲ ਰਲ ਗਿਆ ਤੇ ਮੁਸਲਮਾਨਾਂ ਦੇ ਖਿਲਾਫ ਸਿੱਖਾਂ ਦੀ ਲੜਾਈ ਵਿੱਚ ਆਪਣੀ ਸਾਰੀ ਦੌਲਤ ਲਾ ਦਿੱਤੀ। ਬਾਅਦ ਵਿੱਚ ਗੁਰੂ ਜੀ ਵੱਲੋਂ ਲੜਦਿਆਂ ਇੱਕ ਹੋਰ ਲੜਾਈ ਵਿੱਚ ਸੈਯਦ ਬੇਗ ਮਾਰਿਆ ਗਿਆ। ਔਰੰਗਜ਼ੇਬ ਦੀ ਫੌਜ ਦਾ ਇੱਕ ਹੋਰ ਜਰਨੈਲ ਸੈਯਦ ਖਾਨ, ਜੋ ਗੁਰੂ ਜੀ ਨੂੰ ਖਤਮ ਕਰਨ ਦੇ ਇਰਾਦੇ ਨਾਲ ਆਇਆ ਸੀ, ਉਸ ਨੇ ਵੀ ਫੌਜਾਂ ਦਾ ਸਾਥ ਛੱਡ ਦਿੱਤਾ ਤੇ ਆਪਣੀ ਰਜ਼ਾਮੰਦੀ ਨਾਲ ਗੁਰੂ ਜੀ ਦੀ ਸ਼ਰਣੀ ਆ ਡਿੱਗਾ। ਸਿੱਖ ਲਹਿਰ ਦੀ ਸਾਂਝੀਵਾਲਤਾ ਦੇ ਰੂਪ ਦੀ ਸਭ ਤੋਂ ਵਧੀਆ ਮਿਸਾਲ ਭਾਈ ਕਨਈਆ ਦੀ ਸਾਖੀ ਹੈ। ਉਹ ਅਨੰਦਪੁਰ ਦੀ ਲੜਾਈ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਸਿੱਖਾਂ ਅਤੇ ਦੁਸ਼ਮਣ ਦੇ ਜ਼ਖਮੀਆਂ ਨੂੰ ਪਾਣੀ ਪਿਆਉਂਦੇ ਸਨ। ਸਿੱਖਾਂ ਨੇ ਇਸ ਬਾਰੇ ਗੁਰੂ ਸਾਹਿਬ ਪਾਸ ਸ਼ਿਕਾਇਤ ਕੀਤੀ। ਜਦੋਂ ਭਾਈ ਕਨਈਆ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਗੁਰੂ ਦਾ ਆਦੇਸ਼ ਹੈ ਕਿ ਸਾਰਿਆਂ ਨੂੰ ਸਮਸਰ ਜਾਣੋ। ਗੁਰੂ ਜੀ ਨੇ ਸਿੱਖੀ ਦੀ ਅਸਲੀ ਸਪਿਰਿਟ ਨੂੰ ਜ਼ਾਹਿਰ ਕਰਨ ਖਾਤਰ ਭਾਈ ਕਨਈਆ ਦੀ ਸਿਫਤ ਕੀਤੀ। ਹਕੀਕਤ ਦੇ ਲੇਖਕ ਨੇ 1783 ਵਿੱਚ ਮੁਸਲਮਾਨਾਂ ਵੱਲੋਂ ਕੀਤੇ ਗਏ ਅੱਤ ਦੇ ਜ਼ੁਲਮਾਂ ਵਿੱਚੋਂ ਸਿੱਖਾਂ ਦੇ ਲੰਘਣ ਬਾਅਦ ਇਸ ਦੀ ਤਸਦੀਕ ਕੀਤੀ ਕਿ ਉਸ ਦੇ ਨਾਨਕ ਦੇ ਧਰਮ ਵਿੱਚ ਨਾ ਹੀ ਮੁਸਲਮਾਨਾਂ ਤੇ ਨਾ ਹੀ ਕਿਸੇ ਹੋਰ ਕੌਮ ਦੇ ਖਿਲਾਫ ਕੋਈ ਘਿਰਣਾ ਦੀ ਭਾਵਨਾ ਅਮਲ ਵਿੱਚ ਆਈ ਹੈ। ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਮੁਸਲਮਾਨਾਂ ਦੇ ਤੁਅੱਸਬ ਜਾਂ ਜਾਤ-ਪਾਤੀ ਸਮਾਜ ਵਿੱਚੋਂ
ਸਿੱਖਾਂ ਦੀ ਸਾਂਝੀਵਾਲਤਾ ਦੀ ਪਰੰਪਰਾ ਪੈਦਾ ਨਹੀਂ ਹੋ ਸਕਦੀ ਸੀ। ਸਿਰਫ ਇਨਕਲਾਬੀ ਭਗਤਾਂ ਦੇ ਨਜ਼ਰੀਏ ਵਿੱਚ ਇਹ ਸਾਂਝੀਵਾਲਤਾ ਮਿਲਦੀ ਸੀ, ਪਰ ਉਹਨਾਂ ਨੇ ਇਸ ਨੂੰ ਸਮਾਜੀ ਤੇ ਜਥੇਬੰਦਕ ਰੂਪ ਨਹੀਂ ਸੀ ਦਿੱਤਾ। ਸਿਰਫ ਭਗਤਮਾਲਾ ਗ੍ਰੰਥ ਵਿੱਚ ਉਹਨਾਂ ਦੀਆਂ ਜੀਵਨੀਆਂ ਦਾ ਵੇਰਵਾ ਮਿਲਦਾ ਹੈ। ਉਸ ਵਿੱਚ ਉਹਨਾਂ ਵੱਲੋਂ ਕੋਈ ਵੀ ਅਜਿਹੀ ਪਰੰਪਰਾ ਬਣਾਉਣ ਦਾ ਜ਼ਿਕਰ ਨਹੀਂ। ਇਸ ਲਈ ਸਿੱਖਾਂ ਵਿੱਚ ਇਸ ਪਰੰਪਰਾ ਦੀ ਹੋਂਦ ਤੇ ਇਸ ਦਾ ਜਾਰੀ ਰਹਿਣਾ ਆਪਣੇ ਆਪ ਵਿੱਚ ਸਿੱਖ ਲਹਿਰ ਦੀ ਸਰਬਲੌਕਿਕਤਾ ਨੂੰ ਜ਼ਾਹਰ ਕਰਦਾ ਹੈ। ਜ਼ਰੂਰੀ ਨੁਕਤਾ ਸਮਝਣ ਵਾਲਾ ਇਹ ਹੈ ਕਿ ਗੁਰੂ ਸਾਹਿਬਾਨ ਦੀ ਸਰਬਲੌਕਿਕ ਸਾਂਝੀਵਾਲਤਾ ਦੇ ਮਿੱਥਵੇਂ ਸਮਾਜੀ ਮਨੋਰਥ ਸਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਨੇ ਸਿੱਖ ਪੰਥ ਸਾਜਿਆ। ਇਨਕਲਾਬੀ ਭਗਤਾਂ ਨਾਲੋਂ ਉਹਨਾਂ ਦਾ ਇਹ ਵੱਡਾ ਫਰਕ ਸੀ, ਕਿਉਂਕਿ ਇਨਕਲਾਬੀ ਭਗਤਾਂ ਨੇ ਆਪਣੀ ਸਾਂਝੀਵਾਲਤਾ ਨੂੰ ਸੰਸਥਾ ਦਾ ਰੂਪ ਨਹੀਂ ਦਿੱਤਾ। ਸਿੱਖ ਮੱਤ ਦੇ ਸੰਬੰਧ ਵਿੱਚ ਇਹਨਾਂ ਗੱਲਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਸਿੱਖ ਗੁਰੂ ਸਮਾਜ ਨੂੰ ਬਿਹਤਰ ਬਣਾਉਣ ਲਈ ਤੁਲੇ ਹੋਏ ਸਨ। ਉਹਨਾਂ ਦੇ ਧਰਮ ਅਤੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੇ ਉਹਨਾਂ ਨੂੰ ਇੱਕ ਨਵਾਂ ਰਾਹ ਤੇ ਨਵਾਂ ਪੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ਕਾਰਨ ਇੱਕ ਪਾਸੇ ਤਾਂ ਜਾਤ ਪਾਤੀ ਵਿਚਾਰਧਾਰਾ ਤੇ ਦੂਜੇ ਪਾਸੇ ਭਾਰਤ ਵਿੱਚ ਹਾਕਮ ਇਸਲਾਮ ਦੀ ਸ਼ਰੀਅਤ ਦੇ ਖਿਲਾਫ ਸਿੱਧੀ ਲੜਾਈ ਛੇੜਨ ਦਾ ਪ੍ਰੋਗਰਾਮ ਅਮਲ ਵਿੱਚ ਲਿਆਉਣਾ ਪਿਆ। ਅਹਿੰਸਾ ਦੇ ਸਿਧਾਂਤ ਵਾਂਗੂ ਗੁਰੂਆਂ ਨੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੂੰ ਹੀ ਢਕੌਂਸਲਾ ਨਹੀਂ ਬਣਨ ਦਿੱਤਾ, ਜਿਸ ਕਾਰਨ ਸਮਾਜਿਕ ਭਲਾਈ ਦੇ ਨਿਸ਼ਾਨਿਆਂ ਨੂੰ ਪੂਰਾ ਕਰਨ ਵੱਲੋਂ ਜਾਂ ਅੱਖਾਂ ਮੀਟੀਆਂ ਜਾਣ ਜਾਂ ਅਵੇਸਲੇ ਹੋਇਆ ਜਾਏ। ਗੁਰੂ ਸਾਹਿਬ ਹਿੰਦੂਆਂ ਨੂੰ ਐਸੇ ਹਿੰਦੂ ਨਹੀਂ ਰਹਿਣ ਦੇਣਾ ਚਾਹੁੰਦੇ ਸਨ, ਜਿਸ ਦੇ ਨਾਲ ਨਾਲ ਜਾਤ ਪਾਤੀ ਪ੍ਰਬੰਧ ਜਿਉਂ ਦਾ ਤਿਉਂ ਟਿਕਿਆ ਰਹੇ। ਇਸੇ ਤਰ੍ਹਾਂ ਹੀ ਉਹ ਮੁਸਲਮਾਨਾਂ ਨੂੰ ਅਜਿਹਾ ਮੁਸਲਮਾਨ ਨਹੀਂ ਰਹਿਣ ਦੇਣਾ ਚਾਹੁੰਦੇ ਸਨ, ਜਿਸ ਦੇ ਨਾਲ ਨਾਲ ਉਹਨਾਂ ਦਾ ਸ਼ਰਈ ਤਅੱਸਬ ਤੇ ਉਹਨਾਂ ਦਾ ਗੈਰ ਮੁਸਲਮਾਨਾਂ ਉੱਤੇ ਧਾਰਮਿਕ ਦਬਦਬਾ ਕਾਇਮ ਰਹੇ। ਗੁਰੂ ਨਾਨਕ ਸਾਹਿਬ ਚਾਹੁੰਦੇ ਸਨ ਕਿ ਹਿੰਦੂ ਅਤੇ ਮੁਸਲਮਾਨ ਉਹਨਾਂ ਦੇ ਸੰਕਲਪ ਦੇ ਹਿੰਦੂ ਤੇ ਮੁਸਲਮਾਨ ਹੋਣ। ਉਹਨਾਂ ਦੀ ਬਾਣੀ ਇਸ ਬਾਰੇ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਛੱਡਦੀ, ਕਿਉਂਕਿ ਉਹ ਸਪਸ਼ਟ ਤੌਰ ਤੇ ਕੁਝ ਖਾਸ ਕਦਰਾਂ ਤੇ ਗੁਣਾਂ ਨੂੰ ਅਪਣਾਉਣ ਲਈ ਜ਼ੋਰ ਦਿੰਦੇ ਹਨ ਅਤੇ ਪੁਰਾਣੇ ਮਜ਼ਹਬਾਂ ਦੇ ਕਰਮਕਾਂਡਾਂ ਤੇ ਰੀਤੀ ਰਿਵਾਜ਼ਾਂ ਨੂੰ ਛੱਡ ਦੇਣ ਲਈ। ਮੇਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁन्नत ਸੀਲ ਰੋਜਾ ਹੋਏ ਮੁਸਲਮਾਨ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੈ ਵਿਚਾਰ ਬੰਦੇ ਸੇ ਜੀ ਪਵੈ ਵਿੱਚ ਬੰਦੀ ਵੇਖਣ ਕੋ ਦਿਦਾਰ। ਚੌਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼। जोग न खिंथा जोग न डंडै जोग न भस्म चढ़ाइए एक दृष्ट कर समसर जाणै जोगी कहिए सोए। ਇਹ ਤੁਕਾਂ ਪਵਿੱਤਰ ਤੇ ਸਾਦਾ ਮਾਨਵਵਾਦ ਦਾ ਪ੍ਰਚਾਰ ਕਰਦੀਆਂ ਹਨ ਅਤੇ ਉਹਨਾਂ ਸਭ ਸੰਸਥਾਵਾਂ ਨੂੰ ਹਟਾਉਣ ਦਾ ਉਪਦੇਸ਼ ਦਿੰਦੀਆਂ ਹਨ ਜੋ ਨਾ ਹੱਕ ਹਨ ਜਾਂ ਜ਼ਬਰ ਦਾ ਵਸੀਲਾ ਹਨ। ਇਹਨਾਂ ਮਾਨਵਵਾਦ ਵਿਰੋਧੀ ਸੰਸਥਾਵਾਂ ਨੂੰ ਢਾਹ ਕੇ ਇਹਨਾਂ ਦੀ ਥਾਂ ਨਵੀਆਂ ਬਣਾਉਣ ਦੀ ਮੰਗ ਸੀ। ਦੂਸਰੇ ਸ਼ਬਦਾਂ ਵਿੱਚ ਸਭ ਤੋਂ ਮੁੱਢਲੀ ਲੋੜ ਸੀ ਕਿ ਜਾਤ ਪਾਤੀ ਸਮਾਜ ਤੇ ਜਾਬਰ ਹਕੂਮਤ ਨੂੰ ਢਾਉਣ ਦੀ। ਇਸੇ ਕਾਰਜ ਵਾਸਤੇ ਸਿੱਖ ਗੁਰੂਆਂ ਨੇ ਸਿੱਖ ਪੰਥ ਸਾਜਿਆ, ਪਰ ਉਹਨਾਂ ਸਿੱਖ ਪੰਥ ਵਿੱਚ ਸਰਬ ਸਾਂਝੀਵਾਲਤਾ ਦੀ ਸਪਿਰਿਟ ਕਾਇਮ ਰੱਖੀ। ਉਹਨਾਂ ਦੀ ਸਰਬ ਸਾਂਝੀਵਾਲਤਾ ਉਸ ਕਿਸਮ ਦੀ ਬੇਡੋਲ ਤੇ ਢਿੱਲੀ ਮੱਠੀ ਸਰਬ ਸਾਂਝੀਵਾਲਤਾ ਨਹੀਂ ਸੀ ਜੋ ਹਰਕਤ ਵਿੱਚ ਨਾ ਆਵੇ ਅਤੇ ਜੋ ਅਨਿਆਏ ਤੇ ਜ਼ਬਰ ਦਾ ਮੁਕਾਬਲਾ ਕਰਨ ਲਈ ਜਥੇਬੰਦ ਨਾ ਹੋਵੇ। ਨਾ ਹੀ ਸਿੱਖ ਪੰਥ ਕੇਵਲ ਇੱਕ ਹੋਰ ਪੰਥ ਖੜਾ ਕਰਨ ਹਿੱਤ ਬਣਾਇਆ ਗਿਆ ਸੀ। ਸਿੱਖ ਪੰਥ ਮਾਨਵੀ ਬਰਾਬਰੀ ਤੇ ਆਜ਼ਾਦੀ ਕਾਇਮ ਕਰਨ ਲਈ ਸਾਜਿਆ ਗਿਆ ਸੀ। ਸੋ ਇਹ ਕਿਤਾਬ ਅਸੀਂ ਪੰਨਾ ਨੰਬਰ 129 ਤੱਕ ਪੜ੍ਹੀ ਹੈ। ਮੈਂ ਹੱਥ ਜੋੜ ਕੇ ਮਾਫੀ ਚਾਹੁੰਦੀ ਹਾਂ ਕਿਉਂਕਿ ਕਿਤਾਬ ਵਿੱਚ ਗੁਰਬਾਣੀ ਦੀਆਂ ਤੁਕਾਂ ਹਨ ਤੇ ਪੜ੍ਹਦੇ ਹੋਏ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ ਤੇ ਮੈਂ ਸੰਗਤ ਪਾਸੋਂ ਮੁਆਫੀ ਮੰਗਦੀ ਹਾਂ। ਅੱਜ ਅਸੀਂ ਇਹ ਕਿਤਾਬ ਇੱਥੋਂ ਤੱਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।